ਆਪਾਂ MDRT ਦੀ ਗੱਲ ਕਰਦੇ ਹਾਂ। ਜੀ MDRT ਇੱਕ ਹੈਗਾ ਜੀ, ਇੱਕ ਸੰਸਥਾ ਹੈਗੀ ਹੈ ਮਿਲੀਅਨ ਡਾਲਰ ਰਾਊਂਡ ਟੇਬਲ। ਦੁਨੀਆ ਦੇ ਜਿੰਨੇ ਵੀ ਐਡਵਾਈਜ਼ਰਸ ਨੇ ਫਾਈਨੈਂਸ਼ੀਅਲ ਫੀਲਡ 'ਚ ਕੰਮ ਕਰਦੇ ਨੇ ਉਹ ਉਸ ਦੇ ਮੈਂਬਰ ਬਣ ਸਕਦੇ ਨੇ। ਠੀਕ ਹੈ ਜੀ। MDRT ਦਾ ਮਤਲਬ ਹੈ ਮਿਲੀਅਨ ਡਾਲਰ ਰਾਊਂਡ ਟੇਬਲ। ਭਾਵੇਂ ਬੈਂਕਿੰਗ ਸੈਕਟਰ 'ਚ ਕੰਮ ਕਰਦੇ ਹੋ ਤੁਸੀਂ, ਇੰਸ਼ੋਰੈਂਸ ਸੈਕਟਰ 'ਚ ਕੰਮ ਕਰਦੇ ਹੋ, ਤੁਸੀਂ ਸਿਰਫ ਮੈਂਬਰ ਬਣ ਸਕਦੇ। MDRT ਦਾ ਕੋਈ ਵੀ ਮੈਂਬਰ ਬਣ ਸਕਦਾ, ਪਰ ਮੈਂ ਕਾਫੀ ਦੇਖਦਾ ਵੀ ਲੋਕ MDRT ਨੂੰ ਕੁਆਲੀਫਾਈ ਕਰਦੇ ਨੇ, ਆਪਦੀ ਫੇਸਬੁੱਕਾਂ 'ਤੇ ਪਾਉਂਦੇ ਨੇ। ਪਰ ਹਾਂ, ਨਾਲ ਕਈ ਵਾਰੀ ਇਹ ਹੁੰਦਾ ਵੀ ਕਈ ਉਹਨਾਂ ਨੂੰ ਮੋਟੀਵੇਟ ਕਰਦੇ, ਕਿਉਂਕਿ ਸਾਡਾ ਕੰਮ ਹੁੰਦਾ ਜਦੋਂ ਉੱਥੇ ਜਾਂਦੇ ਹਾਂ, ਕਿਉਂਕਿ ਜਿਹੜੀ ਇਹੋ ਜਿਹੀ ਸੰਸਥਾ ਜਾਂਦੇ ਹੋ ਉਹ ਕਹਿੰਦੇ ਤੁਸੀਂ ਜਿਹੜੇ ਨਵੇਂ ਐਡਵਾਈਜ਼ਰ ਨੇ ਉਹਨਾਂ ਨੂੰ ਹੋਰ ਉੱਪਰ ਲੈ ਕੇ ਆਓ। ਕਿੱਦਾਂ ਮੈਂ ਹੋਰ ਦੇਖਦਾ ਵੀ ਹੋਰ ਐਡਵਾਈਜ਼ਰ ਵੀ MDRT ਲਿਖਦੇ ਨੇ, ਪਰ ਹਾਂ MDRT ਲਿਖੋ ਵਧੀਆ ਜਿੱਥੇ ਤੁਸੀਂ ਕੁਆਲੀਫਾਈ ਕਰਦੇ ਹੋ, ਪਰ ਇਹ ਨਾ ਹੋਵੇ ਤੁਸੀਂ ਮਿਸ ਰੀਪ੍ਰਜੈਂਟ ਕਰੋ ਵੀ ਤੁਸੀਂ ਕਮਿਊਨਿਟੀ ਨੂੰ। ਪਿਛਲੇ ਦਿਨੀ ਮੇਰੀ ਇੱਕ ਇੰਸ਼ੋਰੈਂਸ ਐਕਸਪਾਇਰ ਹੋਣ ਵਾਲੀ ਸੀ ਤੇ ਮੈਨੂੰ ਮੈਸੇਜ ਆ ਗਿਆ, ਕਹਿੰਦਾ ਬਾਈ ਜੀ ਰੀਨਿਊ ਕਰਾ ਲਓ। ਮੈਂ ਕਿਹਾ ਜੀ ਮੈਨੂੰ 15 ਸਾਲ ਹੋ ਗਏ ਪੈਸੇ ਭਰਦੇ ਨੂੰ, ਹੁਣ ਜੇ ਆਪਾਂ ਵਾਪਸ ਲਈਏ ਕਿੰਨੇ ਨੇ, ਤੇ ਉਹ ਚੁੱਪ ਹੋ ਗਿਆ। ਮੈਂ ਕਿਹਾ ਜੀ ਚੁੱਪ ਕਿਉਂ, ਪਹਿਲਾਂ ਵੀ 10 ਸਾਲ ਭਰਦਾ ਰਿਹਾ, ਤੁਸੀਂ ਜਿਵੇਂ ਕਿਹਾ ਮੈਂ ਤਾਂ ਅਤਬਾਰ ਜਿਹਾ ਕਰ ਲੈਂਦਾ ਨਾ, ਆਪਣੀ ਕਮਿਊਨਿਟੀ 'ਚ ਅਤਬਾਰ ਵੀ ਹੁੰਦਾ ਵੀ ਚੰਗੀ ਸੇ ਬਣੀ ਹੋਈ ਹੈ। ਕਈ ਵਾਰੀ ਮੇਰੇ ਵਰਗੇ ਨੂੰ ਦੇਖ ਲੈਂਦਾ ਵੀ ਚਲੋ ਕੋਈ ਨਹੀਂ ਜੀ, ਦਾੜਾ ਬੰਨਿਆ ਗੁਰਸਿੱਖ ਬੰਦਾ ਹੈ ਤੇ ਇਤਬਾਰ ਕਰਨਾ ਜ਼ਰੂਰੀ ਹੈ। ਮੈਨੂੰ ਆ ਕੇ ਕਹਿਣ ਲੱਗਾ ਬਾਈ ਜੀ ਉਹ ਤਾਂ ਉਹਦੇ 'ਚ ਤਾਂ ਪੈਸਾ ਕੁਛ ਨਹੀਂ ਮਿਲਣਾ, ਤਾਂ ਮਰਨ ਤੋਂ ਬਾਅਦ। ਮੈਂ ਕਿਹਾ ਤੂੰ ਮਾਰ ਕੇ ਰਾਜੀ ਹੈ ਮੈਨੂੰ? ਕਹਿੰਦਾ ਮਰਨ ਤੋਂ ਬਾਅਦ ਮਿਲਣਾ, ਹੁਣ ਤਾਂ ਮਿਲਣਾ ਹੀ ਕੱਖ ਨਹੀਂ। ਕਈ ਵਾਰੀ ਹੁੰਦਾ ਕੀ ਹੈ ਕਿ ਇੰਸ਼ੋਰੈਂਸ ਵਾਲਾ ਵਿਅਕਤੀ ਪ੍ਰੋਪਰ ਸਮਝਾਉਂਦਾ ਨਹੀਂ ਤੁਹਾਨੂੰ। ਸਾਂਝਾ ਟੀਵੀ ਤੇ ਖਾਸ ਮੁਲਾਕਾਤ ਪ੍ਰੋਗਰਾਮ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਖਾਸ ਮੁਲਾਕਾਤ ਦੇ ਵਿੱਚ ਫਿਰ ਆਮ ਮਹਿਮਾਨ ਨਹੀਂ ਬੁਲਾਈਦੇ, ਖਾਸ ਹੀ ਬੁਲਾਈਦੇ ਹੈ ਜਿਨ੍ਹਾਂ ਨੇ ਕੁਝ ਮੱਲਾਂ ਮਾਰੀਆਂ ਹੋਣ, ਜਿਨ੍ਹਾਂ ਨੇ ਕਮਿਊਨਿਟੀ ਲਈ ਕੁਝ ਕੀਤਾ ਹੋਵੇ। ਵਪਾਰ ਹਰ ਵਿਅਕਤੀ ਕਰਦਾ ਹੈ, ਬਿਜ਼ਨਸ ਹਰ ਵਿਅਕਤੀ ਕਰਦਾ ਹੈ, ਪਰ ਬਿਜ਼ਨਸ ਟ੍ਰੈਂਡ ਦੇ ਵਿੱਚ ਲੋਕਾਂ ਨਾਲ ਆਪਣੇ ਮੇਲ ਮਿਲਾਪ ਕਿਵੇਂ ਬਣਾ ਕੇ ਰੱਖਣਾ ਹੈ, ਉਹਨਾਂ ਨੂੰ ਸਹੀ ਜਾਣਕਾਰੀ ਕਿਵੇਂ ਦੇਣੀ ਹੈ, ਇਹਦੇ ਵਾਸਤੇ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਕੋਈ ਪੇਪਰ ਸਾਈਨ ਕਰਦੇ ਹੋ, ਸਾਈਨ ਕਰਨ ਤੋਂ ਪਹਿਲਾਂ ਕਈ ਵਾਰ ਘੁੱਗੀ ਮਾਰਨੀ ਪੈਂਦੀ ਹੈ, ਜਿਹਨੂੰ ਅਸੀਂ ਘੁੱਗੀ ਮਾਰਨਾ ਕਹਿੰਦੇ ਹਾਂ। ਫਾਈਨ ਪ੍ਰਿੰਟ ਹੁੰਦਾ ਹੈ, ਉਹਦੇ ਵਾਸਤੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਏਜੰਟ ਹੈ, ਕੋਈ ਵਿਅਕਤੀ ਹੈ, ਤੁਹਾਡੇ ਤੋਂ ਜਦੋਂ ਦਸਤਖਤ ਕਰਾਉਂਦਾ ਹੈ ਤੇ ਉਹ ਤੋਂ ਪੁੱਛ ਲੈਣਾ ਬਹੁਤ ਜ਼ਰੂਰੀ ਹੈ। ਪਰ ਕਈ ਵਾਰੀ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ, ਕਿਉਂਕਿ ਖਾਸ ਵਿਅਕਤੀ ਤੁਹਾਨੂੰ ਪੁੱਛਣ ਦਾ ਮੌਕਾ ਨਹੀਂ ਦਿੰਦਾ। ਤੇ ਅੱਜ ਦੇ ਖਾਸ ਮੁਲਾਕਾਤ ਦੇ ਵਿੱਚ ਥਿੰਕ ਇੰਸ਼ੋਰੈਂਸ ਤੋਂ ਸਰਦਾਰ ਪਰਮਿੰਦਰ ਸਿੰਘ ਥਿੰਦ ਸ਼ਾਮਲ ਹੋਏ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਪਰਮਿੰਦਰ ਸਿੰਘ ਜੀ, ਥਿੰਕ ਇੰਸ਼ੋਰੈਂਸ ਵੱਲੋਂ ਆਏ ਹੋ। ਮੈਂ ਥਿੰਕ ਕਰੀ ਜਾਂਦਾ ਸੀ ਵੀ ਅੱਜ ਤੁਹਾਡੇ ਨਾਲ ਸਵਾਲ ਕਿਹੜੇ ਪੁੱਛਾਂ, ਥਿੰਕ ਕਰਨ ਲਈ ਮਜਬੂਰ ਕਰਤਾ। ਤੁਹਾਡਾ ਦਿਲੋਂ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਖਾਸ ਮੁਲਾਕਾਤ ਹੈ, ਖਾਸ ਦੇ ਵਿੱਚ ਜੇ ਖਾਸ ਵਿਅਕਤੀ ਨਾ ਆਵੇ ਤਾਂ ਇੰਸ਼ੋਰੈਂਸ ਦਾ ਬਿਜ਼ਨਸ ਤਾਂ ਸਾਰੀ ਦੁਨੀਆ ਕਰਦੀ ਹੈ। ਕਈ ਵਾਰੀ ਮੈਂ ਤੁਹਾਡੇ ਬਾਰੇ ਜਦੋਂ ਪੜ੍ਹਦਾ, ਦੇਖਦਾ, ਤੁਹਾਡੇ ਨਾਲ ਗੱਲਾਂ ਕਰਦਾ, ਤੁਹਾਡੇ ਸੁਭਾਅ ਨੂੰ ਮੈਂ ਨੇੜੇ ਹੋ ਕੇ ਤੱਕਦਾ। ਮੈਂ ਸਾਈਕੋਲੋਜਿਸਟ ਤਾਂ ਨਹੀਂ, ਪਰ ਇਹ ਦੇਖਦਾ ਬੰਦੇ ਦੀ ਜਿਹੜੀ ਸ਼ਖਸੀਅਤ ਹੈ ਨਾ, ਕਹਿੰਦੇ ਵੀ ਉਹਦੀ ਗੱਲਬਾਤ ਤੋਂ, ਉਹਦੀ ਰਫ਼ਤਾਰ ਤੋਂ ਪਤਾ ਲੱਗ ਜਾਂਦਾ ਹੈ ਵੀ ਕਿਹੋ ਜਿਹੀ ਸ਼ਖਸੀਅਤ ਦਾ ਮਾਲਕ ਹੈ। ਤੁਸੀਂ ਕਮਿਊਨਿਟੀ ਦੇ ਵਿੱਚ ਰਹਿ ਕੇ ਇੰਸ਼ੋਰੈਂਸ ਦਾ ਕੰਮ ਸ਼ੁਰੂ ਕੀਤਾ ਦਹਾਕਾ ਪਹਿਲਾਂ, ਏਡਾ ਵੱਡਾ ਅਵਾਰਡ ਲੈ ਗਏ ਤੇ ਖਾਸ ਬਣ ਗਏ ਨਾ। MDRT, ਵਾਟ ਇਜ਼ ਦੈਟ? ਹਾਂਜੀ, ਧੰਨਵਾਦ ਤੁਹਾਡਾ। ਪਹਿਲਾਂ ਤਾਂ ਤੁਸੀਂ ਸ਼ਬਦਾਂ ਦੀ ਤੁਹਾਡੀ ਚੋਣ ਹੈ, ਤੁਹਾਨੂੰ ਸੁਣਦਾ ਰਹਿਣਾ ਬਹੁਤ ਵਧੀਆ ਲੱਗਦਾ। ਧੰਨਵਾਦ, ਥੈਂਕ ਯੂ। ਤਾਂ ਹੀ ਕੁਝ ਸਿੱਖਦੇ ਆਪਾਂ ਆਲੇ ਦੁਆਲੇ, ਤੇ ਮੈਂ ਵੀ ਸਿੱਖਦਾ ਤੁਹਾਡੇ ਜਿਹੜੀ ਤੁਹਾਡੇ ਸ਼ਬਦਾਂ ਦੀ ਚੋਣ ਹੈ। ਧੰਨਵਾਦ, ਥੈਂਕ ਯੂ ਜੀ। ਆਪਾਂ MDRT ਦੀ ਗੱਲ ਕਰਦੇ ਹਾਂ। MDRT ਇੱਕ ਹੈਗਾ ਜੀ, ਇੱਕ ਸੰਸਥਾ ਹੈਗੀ ਹੈ ਮਿਲੀਅਨ ਡਾਲਰ ਰਾਊਂਡ ਟੇਬਲ। ਓਕੇ। ਦੁਨੀਆ ਦੇ ਜਿੰਨੇ ਵੀ ਐਡਵਾਈਜ਼ਰਸ ਨੇ ਫਾਈਨੈਂਸ਼ੀਅਲ ਫੀਲਡ 'ਚ ਕੰਮ ਕਰਦੇ ਨੇ ਉਹ ਉਸ ਦੇ ਮੈਂਬਰ ਬਣ ਸਕਦੇ ਨੇ। ਠੀਕ ਹੈ ਜੀ। MDRT ਦਾ ਮਤਲਬ ਹੈ ਮਿਲੀਅਨ ਡਾਲਰ ਰਾਊਂਡ ਟੇਬਲ। ਇਹਦਾ ਵੀ ਭਾਵੇਂ ਬੈਂਕਿੰਗ ਸੈਕਟਰ 'ਚ ਕੰਮ ਕਰਦੇ ਹੋ ਤੁਸੀਂ, ਇੰਸ਼ੋਰੈਂਸ ਸੈਕਟਰ 'ਚ ਕੰਮ ਕਰਦੇ ਹੋ, ਤੁਸੀਂ ਸਿਰਫ ਮੈਂਬਰ ਬਣ ਸਕਦੇ ਹੋ। ਮੈਂਬਰ ਬਣਨ ਤੋਂ ਬਾਅਦ ਫਿਰ ਉਹਦੇ 'ਚ ਲੇਅਰ ਹੁੰਦੀਆਂ, ਫਿਰ ਤੁਸੀਂ ਕਿਸ ਸਟੇਜ 'ਤੇ ਕੁਆਲੀਫਾਈ ਕਰਦੇ ਹੋ। ਇੱਕ ਤਾਂ ਹੁੰਦਾ ਕੋਰਟ ਦਾ ਟੇਬਲ। ਕੋਰਟ ਦਾ ਟੇਬਲ ਤੁਸੀਂ 19 ਪਰਫਾਰਮ ਕੀਤੇ ਨੇ ਅਤੇ ਐਟਲੀਸਟ 25 ਤੋਂ 30% ਜਿਹੜੇ ਐਡਵਾਈਜ਼ਰ ਨੇ ਸਾਰੀ ਦੁਨੀਆ 'ਚ ਕੁਆਲੀਫਾਈ ਕਰ ਜਾਂਦੇ ਕੁਆਰਟਰ ਟੇਬਲ ਤੱਕ। ਉਸ ਤੋਂ ਬਾਅਦ ਆਉਂਦਾ ਟਾਪ ਆਫ ਦਾ ਟੇਬਲ। ਟਾਪ ਆਫ ਦਾ ਟੇਬਲ ਮਤਲਬ ਵੀ ਤੁਸੀਂ ਸਾਰੇ ਦੁਨੀਆ 'ਚ ਜਿਹੜੇ
ਨੰਬਰ ਸੇਮ ਨੇ ਸਾਰਿਆਂ ਵਾਸਤੇ, ਇਹ ਨਹੀਂ ਵੀ ਕੈਨੇਡਾ ਦੇ ਨੰਬਰ ਡਿਫਰੈਂਟ ਨੇ, ਇੰਡੀਆ ਨੰਬਰ ਡਿਫਰੈਂਟ ਹੈ। ਅੱਛਾ, ਉਹਨਾਂ ਨੇ ਜਿਹੜੀ ਬਾਹਰ ਰੱਖੀ ਹੋਈ ਹੈ ਉਸ ਲੈਵਲ ਦੀ ਰੱਖੀ ਹੋਈ ਹੈ। ਸਿਰਫ 1% ਜਿਹੜੇ ਐਡਵਾਈਜ਼ਰ ਕੁਆਲੀਫਾਈ ਕਰਦੇ ਨੇ। ਉੱਥੋਂ ਮੈਂ ਕੈਨੇਡਾ 'ਚੋਂ ਮੈਂ ਗਿਆ ਸੀ, ਸਰੀ 'ਚੋਂ ਮੈਂ ਗਿਆ ਸੀ, ਤੇ ਸਰੀ ਨੂੰ ਰਿਪਰੈਜ਼ੈਂਟ ਕੀਤਾ। ਧੰਨਵਾਦ, ਉਹ ਕਮਿਊਨਿਟੀ ਦਾ ਧੰਨਵਾਦ ਹੈ, ਕਿਉਂਕਿ ਜਿੱਥੇ ਆਪਾਂ ਮੰਚ ਤੋਂ ਕੰਮ ਸ਼ੁਰੂ ਕੀਤਾ ਸੀਗਾ ਵੀ ਗੋਟ 10 years ਬੈਕ, ਲੋਕਾਂ ਦਾ ਪਿਆਰ ਹੈ। ਇਦਾਂ ਨਹੀਂ ਵੀ ਰਾਤੋਂ ਰਾਤ ਸਾਰਾ ਕੁਝ ਹੋ ਗਿਆ, ਪਰ ਟਾਪ ਆਫ ਦ ਟੇਬਲ ਜਦੋਂ ਕੋਈ ਲਿਖਦਾ ਨਾਲ, ਫਿਰ ਟਾਪ ਆਫ ਦ ਟੇਬਲ ਮੀਨਸ ਇਜ਼ 1% ਆਫ ਐਡਵਾਈਜ਼ਰ ਜਿਹੜੇ ਕੁਆਲੀਫਾਈ ਕਰਦੇ ਸਾਰੀ ਦੁਨੀਆ 'ਚ। ਉਹਨਾਂ 'ਚ ਮੈਨੂੰ ਮਾਣ ਹੈ, ਧੰਨਵਾਦ ਅਗੇਨ ਕਮਿਊਨਿਟੀ ਦਾ। ਪਰ ਹਾਂ, MDRT ਦਾ ਕੋਈ ਵੀ ਮੈਂਬਰ ਬਣ ਸਕਦਾ, ਪਰ ਮੈਂ ਕਾਫੀ ਦੇਖਦਾ ਵੀ ਲੋਕ MDRT ਨੂੰ ਕੁਆਲੀਫਾਈ ਕਰਦੇ ਨੇ, ਆਪਦੀ ਫੇਸਬੁੱਕਾਂ 'ਤੇ ਪਾਉਂਦੇ ਨੇ। ਪਰ ਹਾਂ, ਨਾਲ ਕਈ ਵਾਰੀ ਇਹ ਹੁੰਦਾ ਵੀ ਕਈ ਉਹਨਾਂ ਨੂੰ ਮੋਟੀਵੇਟ ਕਰਦੇ, ਕਿਉਂਕਿ ਸਾਡਾ ਕੰਮ ਹੁੰਦਾ ਜਦੋਂ ਉੱਥੇ ਜਾਂਦੇ ਆ, ਕਿਉਂਕਿ ਜਿਹੜੀ ਇਹੋ ਜਿਹੀ ਸੰਸਥਾ ਜਾਂਦੇ ਹੋ, ਉਹ ਕਹਿੰਦੇ ਤੁਸੀਂ ਜਿਹੜੇ ਨਵੇਂ ਐਡਵਾਈਜ਼ਰ ਨੇ ਉਹਨਾਂ ਨੂੰ ਹੋਰ ਉੱਪਰ ਲੈ ਕੇ ਆਓ। ਕਿੱਦਾਂ ਮੈਂ ਹੋਰ ਦੇਖਦਾ ਵੀ ਹੋਰ ਐਡਵਾਈਜ਼ਰ ਵੀ MDRT ਲਿਖਦੇ ਨੇ, ਪਰ ਹਾਂ MDRT ਲਿਖੋ ਵਧੀਆ ਜਿੱਥੇ ਤੁਸੀਂ ਕੁਆਲੀਫਾਈ ਕਰਦੇ ਹੋ, ਪਰ ਇਹ ਨਾ ਹੋਵੇ ਤੁਸੀਂ ਮਿਸ ਰੀਪ੍ਰੈਜ਼ੈਂਟ ਕਰੋ ਵੀ ਤੁਸੀਂ ਟਾਪ ਆਫ ਦਾ ਟੇਬਲ ਨਹੀਂ ਹੈਗੇ, ਕੋਰਟ ਦਾ ਟੇਬਲ ਨਹੀਂ ਹੈਗੇ। ਸਿਰਫ $1 ਮਿਲੀਅਨ ਰਾਊਂਡ ਟੇਬਲ ਸੰਸਥਾ ਦਾ ਮੈਂਬਰ ਬਣਨ ਵਾਸਤੇ ਤੁਸੀਂ ਟਾਪ ਆਫ ਦਾ ਟੇਬਲ ਤੇ ਨਹੀਂ ਪਹੁੰਚ ਸਕਦੇ, ਪਰ ਹਾਂ ਤੁਹਾਡੇ ਮਨ 'ਚ ਇੱਛਾ ਚਾਹੀਦੀ ਹੈ, ਮਿਹਨਤ ਕਰੋ, ਕੰਮ ਕਰੋ। ਮੈਂ ਸਾਰੇ ਕਹਿੰਦਾ ਉੱਥੋਂ ਤੱਕ ਪਹੁੰਚੋ। ਇਹਦਾ ਮਤਲਬ ਹੈ ਜਿਹੜੇ ਮੇਰੇ ਦਰਸ਼ਕ ਨੇ ਦੁਨੀਆ ਭਰ ਦੇ ਦੇਖ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਮੈਂ ਖਾਸ ਵਿਅਕਤੀ ਇਸੇ ਕਰਕੇ ਲਿਆਉਂਦਾ, ਖਾਸ ਕੰਮ ਕੀਤਾ, ਸਾਨੂੰ ਤੁਹਾਡੇ ਤੇ ਬੜਾ ਮਾਣ ਹੈ ਜੀ। ਧੰਨਵਾਦ, ਥੈਂਕ ਯੂ। ਜਦੋਂ ਇੰਸ਼ੋਰੈਂਸ ਇੰਡਸਟਰੀ ਦੀ ਗੱਲਬਾਤ ਕਰੀਏ, ਤੇ ਮੈਂ ਆਪਣੀ ਗੱਲ ਹੀ ਕਰ ਲੈਣਾ। ਆ ਪਿਛਲੇ ਦਿਨੀ ਮੇਰੀ ਇੱਕ ਇੰਸ਼ੋਰੈਂਸ ਐਕਸਪਾਇਰ ਹੋਣ ਵਾਲੀ ਸੀ, ਤੇ ਮੈਨੂੰ ਮੈਸੇਜ ਆ ਗਿਆ, ਕਹਿੰਦਾ ਬਾਈ ਜੀ ਰੀਨਿਊ ਕਰਾ ਲਓ। ਮੈਂ ਕਿਹਾ ਜੀ ਮੈਨੂੰ 15 ਸਾਲ ਹੋ ਗਏ ਪੈਸੇ ਭਰਦੇ ਨੂੰ, ਹੁਣ ਜੇ ਆਪਾਂ ਵਾਪਸ ਲਈਏ ਕਿੰਨੇ ਨੇ? ਤੇ ਉਹ ਚੁੱਪ ਹੋ ਗਿਆ। ਮੈਂ ਕਿਹਾ ਜੀ ਚੁੱਪ ਕਿਉਂ? ਪਹਿਲਾਂ ਵੀ 10 ਸਾਲ ਭਰਦਾ ਰਿਹਾ, ਤੁਸੀਂ ਜਿਵੇਂ ਕਿਹਾ, ਮੈਂ ਤਾਂ ਅਤਬਾਰ ਜਿਹਾ ਕਰ ਲੈਂਦਾ ਨਾ, ਆਪਣੀ ਕਮਿਊਨਿਟੀ 'ਚ ਅਤਬਾਰ ਵੀ ਹੁੰਦਾ ਵੀ ਚੰਗੀ ਸੇ ਬਣੀ ਹੋਈ ਹੈ। ਕਈ ਵਾਰੀ ਮੇਰੇ ਵਰਗੇ ਨੂੰ ਦੇਖ ਲੈਂਦਾ ਵੀ ਚਲੋ ਕੋਈ ਨਹੀਂ ਜੀ, ਦਾੜਾ ਬੰਨਿਆ, ਗੁਰਸਿੱਖ ਬੰਦਾ ਹੈ, ਤੇ ਅਤਬਾਰ ਕਰਨਾ ਜ਼ਰੂਰੀ ਹੈ। ਮੈਂ ਵੀ ਇਉਂ ਕਰੀ ਗਿਆ। ਮੈਨੂੰ ਆ ਕੇ ਕਹਿਣ ਲੱਗਾ ਬਾਈ ਜੀ ਉਹਦੇ 'ਚ ਤਾਂ ਪੈਸਾ ਕੁਛ ਨਹੀਂ ਮਿਲਣਾ, ਉਹ ਤਾਂ ਮਰਨ ਤੋਂ ਬਾਅਦ। ਮੈਂ ਕਿਹਾ ਤੂੰ ਮਾਰ ਕੇ ਰਾਜੀ ਹੈ ਮੈਨੂੰ? ਕਹਿੰਦਾ ਮਰਨ ਤੋਂ ਬਾਅਦ ਮਿਲਣਾ, ਹੁਣ ਤਾਂ ਮਿਲਣਾ ਹੀ ਕੱਖ ਨਹੀਂ। ਕਈ ਵਾਰੀ ਹੁੰਦਾ ਕੀ ਹੈ ਕਿ ਇੰਸ਼ੋਰੈਂਸ ਵਾਲਾ ਵਿਅਕਤੀ ਪ੍ਰੋਪਰ ਸਮਝਾਉਂਦਾ ਨਹੀਂ ਤੁਹਾਨੂੰ। ਤੁਹਾਡਾ ਸਿਸਟਮ ਕਿਵੇਂ ਹੈ ਕਿ ਜਦੋਂ ਤੁਸੀਂ ਕਿਸੇ ਵਿਅਕਤੀ ਕੋਲ ਜਾਂਦੇ ਹੋ, ਉਹਨੂੰ ਇੱਕ ਇੱਕ ਗੱਲ ਬਰੀਕੀ ਦੇ ਨਾਲ ਸਮਝਾਉਂਦੇ ਹੋ ਪੂਰੀ ਚੰਗੀ ਤਰ੍ਹਾਂ? ਹਾਂਜੀ, ਬਹੁਤ ਵਧੀਆ ਕੁਐਸਚਨ ਹੈ। ਤਾਂ ਹੀ ਥਿੰਕ ਇੰਸ਼ੋਰੈਂਸ ਦਾ ਉਹਲਾ ਕਿੱਦਾਂ ਚੱਕਿਆ ਜਾਵੇ। ਬਿਲਕੁਲ ਕੰਮ ਸਿਖਾਲਾ ਹੈ। ਜਦੋਂ ਤੁਸੀਂ ਪਰਿਵਾਰਾਂ 'ਚ ਬਹਿਨੇ ਹੋ, ਪਰਿਵਾਰਾਂ ਦੀਆਂ ਜ਼ਰੂਰਤਾਂ ਸਮਝਦੇ ਹੋ ਜੀ। ਫਿਰ ਮੈਂ ਜ਼ਰੂਰਤਾਂ ਸਮਝ ਕੇ ਫਿਰ ਅਸੀਂ ਕਹਿੰਦਾ ਆਪਾਂ ਪੰਨੇ ਖੋਲ੍ਹਦੇ ਹਾਂ, ਫਿਰ ਇੱਕ ਚੀਜ਼ ਤੋਂ ਦੂਜੀ ਚੀਜ਼ ਨਿਕਲਦੀ। ਸਾਨੂੰ ਪਤਾ ਲੱਗ ਗਿਆ ਵੀ ਸਾਡੀਆਂ ਜ਼ਰੂਰਤਾਂ ਕੀ ਨੇ। ਜ਼ਰੂਰਤਾਂ ਤੋਂ ਬਾਅਦ ਅਸੀਂ ਉਹਨੂੰ ਆਇਡੈਂਟੀਫਾਈ ਕਰ ਲਿਆ, ਫਿਰ ਸੋਲਿਊਸ਼ਨ ਕੀ ਹੈਗਾ ਇਹਦਾ। ਸੋਲਿਊਸ਼ਨ ਤੋਂ ਬਾਅਦ ਅਸੀਂ ਆਪਦਾ ਬਜਟ ਵੀ ਦੇਖਣਾ, ਸਾਰੇ ਡਾਟ ਜੋੜਨੇ ਅਸੀਂ। ਹੁਣ ਡਾਟ ਜੋੜਨ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ ਵੀ ਸਾਡੀਆਂ ਜ਼ਰੂਰਤਾਂ ਨੇ, ਇਹਨੂੰ ਅਸੀਂ ਪੂਰਾ ਕਿੱਦਾਂ ਕਰਨਾ। ਫਿਰ ਪੇਪਰ 'ਤੇ ਉਹਨਾਂ ਸਮਝਾਈਦਾ। ਫਿਰ ਉਹਨਾਂ ਨੇ ਵੀ ਤੁਹਾਡੇ ਕੋਲ ਚੋਇਸ ਹੈ, ਆਹ ਚੀਜ਼ ਸਾਡਾ ਰਿਸਕ ਕਵਰ ਕਰਦੀ ਹੈ, ਇਹ ਸਾਡਾ ਸੋਲਿਊਸ਼ਨ ਹੈ, ਆਪਾਂ ਨੂੰ ਕੀ ਕਰਨਾ ਚਾਹੀਦਾ। ਉਦੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ, ਫਿਰ ਕਿਉਂਕਿ ਜੇ ਇੱਕ ਤਾਂ ਕਹਦੇ ਵੀ ਇੱਥੇ ਸਾਈਨ ਕਰ ਦਿਓ ਜੀ, ਮੈਂ ਆਉਂਦੇ ਹੀ ਪੁੱਛਿਆ ਸਿੰਘ ਸਾਹਿਬ ਕਿੰਨਾ ਕੁ ਬਜਟ ਤੁਹਾਡਾ? ਕੋਈ $100 $100 'ਚ ਮੈਂ ਕਿਹਾ ਇੱਥੇ ਸਾਈਨ ਕਰ ਦਿਓ, ਠੀਕ ਹੈ, ਗੱਲ ਨਿਬੜ ਗਈ। ਹੁਣ ਨਾ ਤੁਹਾਨੂੰ ਪਤਾ ਲੱਗਿਆ ਕੀ ਲਿਆ, ਤਾਂ ਤੁਸੀਂ ਕਿਹਾ ਜੋ ਮੈਨੂੰ ਦੱਸ ਦਿੱਤਾ ਗਿਆ ਵੀ ਠੀਕ ਹੈ। ਪਰ ਜੇ ਆਪਾਂ ਦੂਜੇ ਪਾਸੇ ਦੇਖਦੇ ਹਾਂ, ਤੁਹਾਨੂੰ ਸਮਝਾਇਆ ਗਿਆ ਉਸ ਚੀਜ਼ ਬਾਰੇ, ਹੁਣ ਤੁਸੀਂ ਉਹ ਕਿਸੇ ਨੂੰ ਹੋਰ ਨੂੰ ਵੀ ਦੱਸ ਸਕਦੇ ਹੋ। ਬਿਲਕੁਲ ਵੀ ਮੈਂ ਆਹ ਚੀਜ਼ ਲਈ ਹੈ, ਮੇਰੇ ਕੋਲ ਆਹ ਚੀਜ਼ ਹੈਗੀ ਤੇ ਇਦਾਂ ਕੰਮ ਕਰਦੀ ਹੈ। ਪਰ ਜਦੋਂ ਦੱਸਿਆ ਹੀ ਨਹੀਂ ਗਿਆ, ਜਿੱਦਾਂ ਵਿਸ਼ਵਾਸ ਦੀ ਤੁਸੀਂ ਗੱਲ ਕੀਤੀ, ਸਾਰਾ ਕੁਝ ਵਿਸ਼ਵਾਸ ਤੇ ਆ, ਪੜ੍ਹੇ ਲਿਖ ਮੂਰਖ ਬਣ ਗਏ ਨਾ। ਹਾਂਜੀ ਬਿਲਕੁਲ। ਇਸ ਕਰਕੇ ਫਿਰ ਉਹ ਚੀਜ਼ਾਂ ਦਾ ਉਹਲਾ ਚੱਕਣ ਵਾਸਤੇ ਆਪਾਂ ਇਹ ਵੀ ਜਦੋਂ ਸਮਝ ਲੱਗ ਗਈ, ਫਿਰ ਮੈਂ ਕਹਿੰਦਾ ਹੁਣ ਦੱਸੋ ਆਪਣੇ ਵਾਸਤੇ ਕਿਹੜੀ ਚੀਜ਼ ਢੁੱਕਦੀ ਆ। ਫਿਰ ਪਰਿਵਾਰ ਦਾ ਮੈਂਬਰ ਕਹਿੰਦਾ ਵੀ ਸਾਡੇ ਵਾਸਤੇ ਆਹ ਚੀਜ਼ ਵਧੀਆ, ਕਿਉਂਕਿ ਸਾਨੂੰ ਪਤਾ ਵੀ ਆ ਸਾਡੇ ਵਾਸਤੇ ਸਾਡੇ ਬਜਟ 'ਚ ਹੈ, ਸਾਡਾ ਰਿਸਕ ਜੋ ਅਸੀਂ ਜਿਸ ਕਰਕੇ ਇੰਸ਼ੋਰੈਂਸ ਕਰਾ ਰਹੇ ਹਾਂ। ਹੁਣ ਇਹ ਵੀ ਜਾਣਾ ਤਾਂ ਇਹਨੂੰ ਹੈ, ਅਸੀਂ ਇੱਧਰ ਦਾ ਰਾਹ ਪੁੱਛੀਏ ਆਹੀ ਦਿਖਾਈਏ, ਇੱਧਰ ਨੂੰ ਜਾਣਾ ਆਹੀ ਵਧੀਆ ਰਾਹ GT ਰੋਡ ਹੈ, ਪਰ ਇਹ ਵੀ ਸਾਨੂੰ ਇਹ ਪਤਾ ਵੀ ਜਾਣਾ ਅਸੀਂ ਇੱਧਰ ਦੇ ਰਾਹ ਉੱਧਰ ਦਾ ਪਾਈਏ। ਕਈ ਵਾਰੀ ਇੰਡਸਟਰੀ ਦੇ ਵਿੱਚ ਨਵੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ। ਅੱਜ ਕੱਲ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਕੀ ਨਵਾਂ? ਹਾਂਜੀ, ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਗੱਲਬਾਤ ਚੱਲ ਰਹੀ ਇੰਡਸਟਰੀ ਦੇ ਵਿੱਚ ਐਥਿਕਸ ਦੀ ਗੱਲ ਕਰ ਰਹੇ। ਐਥਿਕਸ ਤੋਂ ਇਹ ਮੇਰਾ ਭਾਵ ਹੈ, ਜਿੰਨੇ ਵੀ ਲੀਡਰਸ ਨੇ ਜਿਹੜੇ ਅੱਗੇ ਤੋਂ ਅੱਗੇ ਐਡਵਾਈਜ਼ਰ ਨੂੰ ਹਾਇਰ ਕਰਦੇ ਨੇ, ਉਹਨਾਂ ਦੇ ਅਕਾਊਂਟੇਬਲ ਉਹਨਾਂ ਨੂੰ ਕਿੱਦਾਂ ਕੀਤਾ ਜਾਵੇ। ਬਿਕੋਜ਼ ਇਹ ਚੀਜ਼ ਹੈ ਵੀ ਨਵਾਂ ਬੰਦਾ ਆਇਆ, ਅੱਜ ਹੀ ਅਗਲੇ ਦਿਨ ਹੀ ਭਾਵੇਂ ਲਾਇਸੈਂਸ ਨਹੀਂ ਮਿਲਿਆ, ਵਿੱਚੇ ਪਾਲਿਸੀ ਵੀ ਵੇਚੀ ਜਾਂਦਾ ਵਿੱਚੇ ਨਾਲ ਉਹ, ਕਿਉਂਕਿ ਜਿਹਦੇ ਨਾਲ ਕੰਮ ਕਰਦਾ ਉਹਨਾਂ ਨੂੰ ਹੱਲਾਸ਼ੇਰੀ ਦੇ ਦਿੱਤੀ, ਕੋਈ 2-4 ਬੰਦੇ ਤੈਨੂੰ ਜਾਣਦੇ, ਲਿਆ ਤੈਨੂੰ ਵਿੱਚੋਂ ਕਮਿਸ਼ਨ ਦੇਂਗਾ, ਲਾਇਸੈਂਸ ਨਹੀਂ ਵੀ ਹੈਗਾ। ਤਾਂ ਆਹ ਚੀਜ਼ਾਂ ਕਰਕੇ ਹੁਣ ਜਿਹੜਾ ਐਥਿਕਸ 'ਤੇ ਬਹੁਤ ਕੰਮ ਹੋ ਰਿਹਾ। ਐਥਿਕਸ 'ਤੇ ਕਹਿੰਦੇ ਇਹ ਚੀਜ਼ਾਂ ਗਲਤ ਨੇ। ਹੁਣ ਐਗਜ਼ਾਮਪਲ ਹੈ, ਤੁਸੀਂ ਨਵਾਂ ਕੰਮ ਸ਼ੁਰੂ ਕੀਤਾ, ਤੁਹਾਨੂੰ ਰਾਤ ਨੂੰ ਮਿਲਿਆ, ਤੁਸੀਂ ਰਾਤ ਨੂੰ ਆਪਦੀ ਡਾਇਰੀ ਬਣਾ ਲਈ
ਵੀ ਆਹ ਮੈਨੂੰ 20 ਬੰਦੇ ਜਾਣਦੇ, ਮੈਂ ਸਵੇਰੇ ਤੁਹਾਨੂੰ ਆਇਆ ਚੱਕਿਆ, ਆਪਾਂ 20 ਬੰਦਿਆਂ ਨੂੰ ਚਲੇ ਗਏ, ਤੁਸੀਂ ਕਹਤਾ ਮੈਂ ਕੰਮ ਸ਼ੁਰੂ ਕਰਤਾ। ਹੁਣ ਉਹਨਾਂ ਨੂੰ ਤਾਂ ਨਹੀਂ ਪਤਾ। ਓਕੇ ਸੋ ਹੁਣ ਮੈਨੂੰ ਪਤਾ, ਠੀਕ ਹੈ, ਜੇ ਤੁਹਾਨੂੰ ਪਤਾ। ਹੁਣ ਤੁਸੀਂ ਕਹਿੰਦੇ ਵੀ ਥਿੰਨ ਸਾਹਿਬ ਨਾਲ ਆਏ ਨੇ, ਪਰ ਠੀਕ ਹੈ, ਜੋ ਇਹ ਕਹਿਣਗੇ ਠੀਕ ਹੈ, ਮੈਂ ਇਹਨਾਂ 10 ਸਾਲਾਂ ਤੋਂ ਜਾਣਦਾ। ਹੁਣ ਉਹ ਚੀਜ਼ਾਂ ਤਾਂ ਹੁਣ ਇੰਡਸਟਰੀ ਕਹਿੰਦੀ ਹੈ ਵੀ ਐਥਿਕਸ ਜਿਹੜੇ ਨੇ ਬਿਲਕੁਲ ਹਾਈ ਚਾਹੀਦੇ ਨੇ। ਤੁਸੀਂ ਇਹ ਚੀਜ਼ਾਂ ਤੋਂ, ਕਿਉਂਕਿ ਲੋਕਾਂ ਨਾਲ ਜਦੋਂ ਫਿਰ ਅੱਤ ਹੋ ਜਾਂਦੀ, ਫਿਰ ਉਹ ਕਹਿੰਦੇ ਵੀ ਕੋਈ ਨਾ ਕੋਈ ਚੀਜ਼ ਨਾਲ ਚੇਂਜਸ ਚਾਹੀਦੇ। ਹੁਣ ਇਸ ਤੇ ਬਹੁਤ ਫੋਕਸ ਚੱਲ ਰਿਹਾ ਜੀ ਇੰਡਸਟਰੀ 'ਚ। ਓਕੇ, ਬਹੁਤ ਵਧੀਆ ਗੱਲ ਹੈ, ਕਿਉਂਕਿ ਜੇ ਐਥਿਕਸ ਤੁਹਾਡੇ ਨਹੀਂ, ਪੰਜਾਬੀ 'ਚ ਆਪਾਂ ਕਹਿੰਦੇ ਜੇ ਅਸੂਲਾਂ ਤੇ ਬੰਦਾ ਨਹੀਂ ਖੜਾ ਤੇ ਤੁਹਾਨੂੰ ਕੀ ਵੱਟ ਕੇ ਦਊਗਾ। ਬਿਲਕੁਲ, ਅਸੂਲਾਂ ਤੇ ਖੜਨਾ ਬਹੁਤ ਜ਼ਰੂਰੀ ਹੈ। ਇਹਦੇ ਵਾਸਤੇ ਇੰਡਸਟਰੀ ਇਹਦੇ ਉੱਤੇ ਬੜੀ ਸਖਤ ਹੋ ਰਹੀ ਹੈ। ਬਿਲਕੁਲ। ਅੱਛਾ, ਇੱਕ ਥੋੜੀ ਜਿਹੀ ਗੱਲ ਕਲੀਅਰ ਕਰੋ। ਬਹੁਤੀ ਵਾਰੀ ਵੱਡੀ ਤਾਦਾਦ ਦੇ ਵਿੱਚ ਸਾਡੇ ਮਾਪੇ, ਸਟੂਡੈਂਟ ਨੇ ਜਾਂ ਹੋਰ ਪੀਆਰ ਨੇ, ਇੱਥੇ ਦੇ ਮਾਪਿਆਂ ਨੂੰ ਸੁਪਰ ਵੀਜ਼ੇ ਤੇ ਬੁਲਾਉਂਦੇ ਆ। ਸੁਪਰ ਵੀਜ਼ੇ ਦੇ ਉੱਤੇ ਇੰਸ਼ੋਰੈਂਸ ਦੀ ਬਹੁਤ ਜ਼ਰੂਰਤ ਹੈ, ਉਹਦੇ ਬਿਨਾਂ ਤਾਂ ਕੰਮ ਗਾਂ ਤੁਰਦਾ ਨਹੀਂ। ਇਹਦੇ ਬਾਰੇ ਥੋੜ੍ਹਾ ਜਿਹਾ ਕਲੀਅਰ ਕਰਿਓ ਜੀ। ਹਾਂਜੀ ਬਿਲਕੁਲ। ਪਹਿਲੀ ਗੱਲ ਤਾਂ ਇਹ, ਜਦੋਂ ਆਪਾਂ ਇੰਸ਼ੋਰੈਂਸ ਦਾ ਕੰਮ ਸ਼ੁਰੂ ਕੀਤਾ ਸੀਗਾ, ਆਪਾਂ ਆਨਲਾਈਨ ਪਲੇਟਫਾਰਮ ਸ਼ੁਰੂ ਕੀਤਾ ਆਪਾਂ ਮੋਢੀਆਂ ਦੇ ਵਿੱਚ, ਕਿਉਂਕਿ ਇੰਸ਼ੋਰੈਂਸ ਤੁਸੀਂ ਸਿਰਫ ਆਪਦਾ ਡੇਟ ਆਫ ਬਰਥ ਪਾਓ, thinkinsure.ca ਤੇ ਜਾਓ, ਉੱਥੇ ਹੀ ਤੁਸੀਂ ਆਪਦਾ ਨਾਂ ਪਾਓ, ਡੇਟ ਆਫ ਬਰਥ ਪਾਓ, ਜਿੱਦਾਂ ਦੀ ਤੁਹਾਨੂੰ ਕਵਰੇਜ ਚਾਹੀਦੀ ਹੈ, ਟਰਮ ਚਾਹੀਦੀ ਹੈ, ਤੁਸੀਂ ਰਾਈਟ ਵੇ 20 ਸਾਲਾਂ ਦੀ, 25 ਸਾਲਾਂ, 30 ਸਾਲਾਂ, ਤੁਹਾਨੂੰ ਸਾਰੇ ਹੀ ਕੈਨੇਡਾ ਦੀ ਬੈਸਟ ਕੰਪਨੀਆਂ ਰੇਟ ਤੁਹਾਡੇ ਮੂਹਰੇ ਆ ਜਾਊਗਾ। ਉਹ ਹੀ ਆਪਾਂ ਮੋਢੀ ਸੀ। ਉਸ ਤੋਂ ਬਾਅਦ ਜੇ ਸੁਪਰ ਵੀਜ਼ੇ ਦੀ ਰਿਕੁਆਇਰਮੈਂਟਸ ਆਈਆਂ, ਦੇਖਿਆ ਸੁਪਰ ਵੀਜ਼ੇ ਡਿਮਾਂਡ ਬਹੁਤ ਹੈ, ਫਿਰ ਅਸੀਂ ਉਸ 'ਚ ਵੀ ਆਪਾਂ ਮੋਢੀ ਹਾਂ। ਸੁਪਰ ਵੀਜ਼ੇ ਦੇ ਅਸੀਂ ਆਨਲਾਈਨ ਕਰਤਾ ਬਿਲਕੁਲ, ਕਿਉਂਕਿ ਆਨਲਾਈਨ ਜੀ ਤੁਸੀਂ thinkinsure.ca ਤੇ ਜਾਓ, ਸਿਰਫ ਤੁਸੀਂ ਨੰਬਰ ਪਾਉਣਾ, ਉਹਨਾਂ ਦੀ ਏਜ 60 ਸਾਲ ਹੈ, 55 ਸਾਲ ਹੈ। ਉਸ ਤੋਂ ਬਾਅਦ 2 ਕੁਐਸਚਨ ਆਉਣੇ, ਉਹਨਾਂ ਦੇ ਪ੍ਰੀ ਐਗਜ਼ਿਸਟਿੰਗ ਹੈਲਥ ਇਸ਼ੂ ਹੈਗਾ ਜਾਂ ਨਹੀਂ ਹੈਗਾ, ਯੈਸ ਜਾਂ ਨੋ ਕਰਨਾ। ਜਦੇ ਹੀ ਕੈਨੇਡਾ ਦੀ ਸਾਰੀਆਂ ਕੰਪਨੀਆਂ, ਸਾਰਿਆਂ ਦਾ ਰੇਟ ਮੂਹਰੇ ਆ ਜਾਣਾ। ਅੱਛਾ, ਉੱਥੇ ਹੀ ਤੁਸੀਂ ਕੰਪੇਅਰ ਕਰ ਸਕਦੇ, ਕਿਉਂਕਿ ਜਿੰਨੇ ਵੀ ਹੁਣ ਬੱਚੇ ਨੇ ਜਾਂ ਆਪਦੇ ਗ੍ਰੈਂਡ ਪੇਰੈਂਟਸ ਨੂੰ ਬੁਲਾ ਰਹੇ ਨੇ, ਜਾਂ ਆਪਦੇ ਪੇਰੈਂਟਸ ਨੂੰ ਬੁਲਾ ਰਹੇ ਨੇ, ਕਿਉਂਕਿ ਸਭ ਪੜ੍ਹੇ ਲਿਖੇ ਨੇ, ਹੁਣ ਉਹ ਆਪ ਕੰਪੇਅਰ ਕਰਨਾ ਚਾਹੁੰਦੇ ਨੇ, ਆਪ ਉਹ ਦੇਖਣਾ ਚਾਹੁੰਦੇ ਨੇ, ਤੇ ਇਸੇ ਕਰਕੇ ਉਹਨਾਂ ਵਾਸਤੇ ਟੂਲ ਆਪਾਂ ਸੈਟਅਪ ਕਰਤਾ। ਉੱਥੇ ਟੂਲ ਹੀ ਲਗਾਤਾ, ਉੱਥੇ ਟੂਲ ਲਾਤਾ ਜੀ ਉੱਥੇ, ਕਿਉਂਕਿ ਇਹ ਵੀ ਹੁਣ ਸਾਰਿਆਂ ਕੋਲ ਟਾਈਮ ਨਹੀਂ ਹੁੰਦਾ। ਹੁਣ ਕੋਈ ਰਾਤ ਨੂੰ ਕੰਮ ਕਰਦਾ, ਕੋਈ ਦਿਨੇ ਕੰਮ ਕਰਦਾ, ਕੋਈ ਹੁਣ ਵੀ 10 ਫੋਨ ਕਰੂਗਾ, ਉਹਨਾਂ ਉਹਲਾ ਹੀ ਚੱਕਤਾ ਜੀ। ਬਿਲਕੁਲ thinkinsure.ca ਤੇ ਜਾਓ, ਸੁਪਰ ਵੀਜ਼ਾ ਦੀ ਕੋਡ ਦੇਖੋ, ਕੰਪੇਅਰ ਕਰੋ, ਉੱਥੇ ਭਾਵੇਂ ਸਾਨੂੰ ਈਮੇਲ ਕਰ ਦਿਓ। ਜੇ ਤੁਹਾਡਾ ਕੁਐਸਚਨ ਉਸ ਤੋਂ ਬਾਅਦ ਤੁਹਾਨੂੰ ਲੱਗਿਆ ਵੀ ਆਹ ਚੀਜ਼ ਮੈਨੂੰ ਸਮਝ ਲੱਗਦੀ ਵੀ ਕੀ ਕਰੀਏ, ਤੁਹਾਨੂੰ ਇਹ ਪਤਾ ਲੱਗ ਗਿਆ ਵੀ ਕੈਨੇਡਾ ਦਾ ਬੈਸਟ ਰੇਟ ਕੀ ਹੈ, ਕਵਰੇਜਸ ਕੀ ਨੇ, ਤੁਸੀਂ ਕੰਪੇਅਰ ਕਰ ਸਕਦੇ ਹੋ, ਤੇ ਨਾਲੇ ਸਾਰਿਆਂ ਨੂੰ ਬੈਸਟ ਰੇਟ ਮਿਲ। ਕਿਉਂਕਿ ਹੁਣ ਅਸੀਂ ਤਾਂ ਹਰੇਕ ਵਾਰੀ ਇਹ ਚਾਹੁੰਦੇ, ਜੇ $1 ਵੀ ਕਲਾਇੰਟ ਦਾ ਸਾਨੂੰ ਬਚ ਜਾਵੇ ਤਾਂ ਮੈਨੂੰ ਖੁਸ਼ੀ ਹੁੰਦੀ ਹੈ, ਕਿਉਂਕਿ ਕਿਸੇ ਦਾ ਮੈਂ $1 ਬਚਾਇਆ, ਕਿਉਂਕਿ ਮੇਰਾ ਕੰਮ ਹੀ ਇਹ ਹੈ। ਹੁਣ ਇਹ ਵੀ ਜਦੋਂ ਸਾਰੇ ਸ਼ਹਿਰ 'ਚ ਭਾਵੇਂ ਫੋਨ ਕਰਨ ਦੀ ਬਜਾਏ ਉਹਨਾਂ ਕੋਲ ਸਿਰਫ thinkinsure.ca ਤੇ ਜਾਓ, ਉੱਥੇ ਕੰਪੇਅਰ ਕਰੋ, ਤੇ ਜਦੇ ਉੱਥੇ ਤੁਸੀਂ ਆਪਦੀ ਉਹਨਾਂ ਦੀ ਕਵਰੇਜ ਦੇਖੋ, ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਮੇਰੇ ਵਾਸਤੇ ਆਹ ਢੁਕਵੀਂ। ਹਾਂ, ਉਸ ਤੋਂ ਬਾਅਦ ਹੁਣ ਇਹ ਵੀ ਬਹੁਤ ਵਧੀਆ ਚੀਜ਼ਾਂ ਹੋ ਗਈਆਂ, ਤੁਸੀਂ ਮੰਥਲੀ ਪੇਮੈਂਟ ਵੀ ਕਰ ਸਕਦੇ ਹੋ ਜੇ ਸੁਪਰ ਵੀਜ਼ਾ ਵਾਸਤੇ ਜਾਂ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਬੁਲਾਉਣਾ। ਜੇ ਇਹ ਵੀ ਬਹੁਤ ਵਧੀਆ, ਮੈਂ ਤੁਹਾਨੂੰ ਦੱਸਦਾ ਵੀ ਸਾਡੇ ਸਾਰੀਆਂ ਕੰਪਨੀਆਂ ਕਰਕੇ, ਕਿਉਂਕਿ ਕੋਈ ਨਾ ਕੋਈ ਨਵੀਂ ਚੀਜ਼ ਆਉਂਦੀ ਰਹਿੰਦੀ ਹੈ। ਜੇ ਕਿਸੇ ਨੇ 60 ਸਾਲ ਤੋਂ ਪੇਰੈਂਟਸ ਥੱਲੇ ਨੇ ਜਾਂ ਬਿਲਕੁਲ ਹੈਲਥੀ ਨੇ, ਦੋਵਾਂ ਜਣਿਆਂ ਦੀ ਈਚ ਇੰਡੀਵਿਜੂਅਲ ਦੀ ਕਿਸ਼ਤ ਬਣਦੀ ਹੈ 1029 ਤੇ ਨਾਲੇ ਆਪਾਂ ਮੰਥਲੀ ਪੇਮੈਂਟ ਵੀ ਕਰ ਸਕਦੇ, $85 ਮਹੀਨੇ ਦੀ ਕਿਸ਼ਤ ਦੇ ਸਕਦੇ। ਵਾਹ ਜੀ ਵਾਹ, ਆਹ ਤੁਸੀਂ ਬੜੀ ਵਧੀਆ ਗੱਲ ਦੱਸੀ ਹੈ। ਕਿਉਂਕਿ ਜਦੋਂ ਕਿਸੇ ਨੇ ਟਿਕਟ ਲੈਣੀ ਹੁੰਦੀ ਹੈ ਨਾ, ਤੇ ਉਹ ਸਰਚ ਮਾਰਦਾ ਵੀ ਸਸਤੀ ਟਿਕਟ ਕਿੱਥੇ ਲੱਗੀ ਹੈ। ਤੁਸੀਂ ਕਿਹਾ ਕਿ ਮੈਂ ਟੂਲ ਬਣਾ ਕੇ ਰੱਖਤਾ, ਉੱਥੇ ਲਿੰਕ ਬਣਾਤਾ thinkinsure.ca। ਮੈਂ ਵੈਬਸਾਈਟ ਵੀ ਦਿਖਾਵਾਂਗਾ ਥੋੜੀ ਦੇਰ ਬਾਅਦ ਕਿ ਕਿਹੜੀ ਵੈਬਸਾਈਟ ਹੈ। ਉਸ ਵੈਬਸਾਈਟ ਤੇ ਜਾ ਕੇ ਜਿਹੜਾ ਸੱਜੇ ਪਾਸੇ ਟੂਲ ਬਣਿਆ ਹੋਇਆ ਕਿ ਸੁਪਰ ਵੀਜ਼ਾ, ਉੱਥੇ ਕਲਿੱਕ ਕਰੋ, ਤੇ ਉੱਥੇ ਫਿਰ ਤਾਂ ਸਾਰਿਆਂ ਦੀ ਐਵਰੇਜ ਆ ਜਾਏਗੀ ਵੀ ਕਿੰਨਾ ਕਿੰਨਾ ਕਿਸੇ ਦਾ ਏਜ ਭਰ ਕੇ, ਤੇ ਉਹਦੇ ਨਾਲ ਪਰਮਿੰਦਰ ਸਿੰਘ ਦਾ ਕੀ ਲਿੰਕ ਰਿਹਾ, ਉਹ ਤਾਂ ਉਸ ਕੰਪਨੀ ਤੋਂ ਸਿੱਧੀ ਲੈਣਗੇ। ਨਹੀਂ ਜੀ, ਉਹ ਕੰਪਨੀਆਂ ਸਾਡੇ, ਕਿਉਂਕਿ ਸਾਰੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਉਹ ਬ੍ਰੋਕਰ ਦੇ ਥਰੂ ਹੀ ਸੈਲ ਕਰਦੀਆਂ। ਓਕੇ, ਇਹ ਵੀ ਬਹੁਤ ਵਧੀਆ ਤੁਸੀਂ ਕੁਐਸਚਨ ਰੇਜ਼ ਕੀਤਾ ਸੀ। ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਜੇ ਸਿੱਧਾ ਕੰਪਨੀਆਂ ਤੋਂ ਡੀਲ ਕਰਾਂਗੇ ਸਾਨੂੰ ਚੀਜ਼ ਸਸਤੀ ਮਿਲੂ, ਕਿਉਂਕਿ ਸਾਡੇ ਮਨ 'ਚ ਆ। ਕਈ ਵਾਰੀ ਸਾਨੂੰ ਸਵਾਲ ਵੀ ਆਉਂਦਾ, ਇਹ ਵੀ ਚਲੋ ਮੈਂ ਅੱਗੇ ਜਾ ਕੇ ਕਰਨਾ ਸੀਗਾ, ਕਿਉਂਕਿ ਇਹ ਸਵਾਲ ਵੀ ਆਉਂਦਾ, ਕਹਿੰਦੇ ਵੀ ਅਸੀਂ ਹੁਣ ICBC ਆ ਐਗਜ਼ਾਮਪਲ ਆਪਾਂ ਗੱਲ ਕਰਦੇ ਹਾਂ, ICBC ਕਿੰਨੇ ਬ੍ਰੋਕਰ ਨੇ, ICBC ਸਿੱਧੀ ਨਹੀਂ ਇੰਸ਼ੋਰੈਂਸ ਆਫਰ ਕਰਦੀ, ਠੀਕ ਹੈ, ਬ੍ਰੋਕਰ ਦੇ ਥਰੂ ਹੀ ਕਰਦੇ ਆ। ਹੁਣ ਅਸੀਂ ਇੱਕ ਬ੍ਰੋਕਰ ਕੋਲ ਚਲੇ ਜਾਈਏ, ਭਾਵੇਂ 20 ਬ੍ਰੋਕਰਾਂ 'ਚ ਜਾਈਏ, ਕੋਈ ਸਾਨੂੰ ਵਧੀਆ ਡੀਲ ਨਹੀਂ ਦੇ ਸਕਦਾ, ਠੀਕ ਹੈ। ਪਰ ਹਾਂ, ਸ਼ਰਤ ਇਹ ਹੈ ਬ੍ਰੋਕਰ ਕੋਲੇ ਸਾਰੀਆਂ ਕੰਪਨੀਆਂ ਦੇ ਕੰਟਰੈਕਟ ਹੋਣ, ਫਿਰ ਉਹ ਦੱਸ ਸਕਦਾ ਵੀ ਆਪਾਂ 19 ਜਿੱਥੇ ਲੱਗਦੇ ਨੇ ਸਾਨੂੰ, ਅਸੀਂ 15 ਲੈ ਕੇ ਵੀ ਸਾਨੂੰ ਚੀਜ਼ ਮਿਲ ਸਕਦੀ ਹੈ, ਕਿਉਂਕਿ ਸਾਡੇ ਕੋਲ ਐਕਸੈਸ ਹੈਗਾ, ਸਾਰਿਆਂ ਕੋਲ ਐਕਸੈਸ। ਜਦੋਂ ICBC ਤਾਂ ਬੇਸ ਕਵਰੇਜ ਲੈਣੀ ਆ, ਉਸ ਤੋਂ ਬਾਅਦ ਤੁਸੀਂ ਪ੍ਰਾਈਵੇਟ ਕਵਰੇਜ ਕਿਤੋਂ ਹੋਰ ਵੀ ਲੈ ਸਕਦੇ ਹੋ।
ਉੱਦਾਂ ਹੀ ਸਾਡੇ ਕੋਲੇ ਬਿਲਕੁਲ ਸਾਡੇ ਕੋਲ ਜਿੱਦਾਂ ਕਹਿੰਦੇ ਥਿੰਕ ਇੰਸ਼ੋਰੈਂਸ ਕਿਉਂ ਅਸੀਂ ਤਾਂ ਪਲੇਟਫਾਰਮ ਮੂਹਰੇ ਰੱਖਤਾ ਜੀ, ਇਹ ਦੱਸਤਾ ਵੀ ਆਹ ਰੇਟ ਨੇ, ਹੁਣ ਤੁਹਾਡੇ ਵਾਸਤੇ ਤੁਹਾਡੀ ਇੱਛਾ ਹੈ ਵੀ ਸਾਡੇ ਨਾਲ ਡੀਲ ਕਰਨਾ ਚਾਹੁੰਦੇ ਹੋ ਕਿਤੇ ਹੋਰ ਨਾਲ ਡੀਲ ਕਰਨਾ ਚਾਹੁੰਦੇ, ਪਰ ਸਾਡਾ ਜਿਹੜਾ ਕੰਮ ਹੈ, ਜਿਹੜਾ ਪੈਸ਼ਨ ਹੈ ਕੰਮ ਦਾ, ਇਹ ਹੈ ਵੀ ਇਹ ਚੀਜ਼ ਮੂਹਰੇ ਲਿਆ ਕੇ ਰੱਖਤੀ ਕਮਿਊਨਿਟੀ ਵਾਸਤੇ ਵੀ ਆਹ ਦੇਖੋ ਚੀਜ਼ ਹੈਗੀ ਹੈ, ਉਸ ਤੋਂ ਬਾਅਦ ਉਹਨਾਂ ਦੀ ਚੁਆਇਸ ਹੈ ਕਿੱਥੇ ਉਹ ਡੀਲ ਕਰਨਾ ਚਾਹੁੰਦੇ। ਆਮ ਕਰਕੇ ਅੱਜ ਪੀਜ਼ੇ ਲੱਗੇ ਹੁੰਦੇ ਆ, 3 ਬਾਏ ਕਰੋ ਦੂਜਾ ਚੌਥਾ ਫ੍ਰੀ ਹੈ, ਐ ਫ੍ਰੀ ਵਾਲਾ ਸਮਾਨ ਨਹੀਂ ਰੱਖਿਆ ਕੋਈ ਮਾੜਾ ਮੋਟਾ? ਨਹੀਂ ਦੇਖੋ ਜੀ, ਇਹ ਫ੍ਰੀ ਨਾਲ ਨਹੀਂ, ਪਰ ਹਾਂ ਜਿਹੜੀਆਂ ਚੀਜ਼ਾਂ ਅਸੀਂ ਲੱਭ ਕੇ ਲਿਆਉਂਦੇ ਆ ਉਹ ਫ੍ਰੀ ਵਾਂਗੂ, ਕਿਉਂਕਿ ਇੰਸ਼ੋਰੈਂਸ ਇੰਡਸਟਰੀ ਡਿਸਕਾਊਂਟ ਨਹੀਂ ਹੈਗਾ। ਪਰ ਹਾਂ ਕਈ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਉਹਨਾਂ ਦਾ ਫੋਕਸ ਹੀ ਟਰੈਵਲ ਇੰਸ਼ੋਰੈਂਸ ਤੇ ਹੈ, ਸੁਪਰ ਵੀਜ਼ਾ ਤੇ ਹੈ, ਭਾਵੇਂ ਉਹ ਛੋਟੀਆਂ ਕੰਪਨੀਆਂ ਨੇ ਪਰ ਰੇਟ ਵੀ ਉਹਨਾਂ ਦੇ ਅਗਰੈਸਿਵ ਇਸ ਕਰਕੇ ਕਿਉਂਕਿ ਉਹਨਾਂ ਦਾ ਕੰਮ ਹੀ ਉਹ ਹੈ। ਹੁਣ ਐਗਜ਼ਾਮਪਲ ਜੇ ਆਪਾਂ ਹੁਣ ਬੈਂਕ ਦੀ ਗੱਲ ਕਰਦੇ ਹਾਂ, ਬੈਂਕ ਇੱਕ ਹੀ ਕੰਮ ਕਰਦਾ, ਹੁਣ ਬੈਂਕ ਦਾ ਕੰਮ ਹੈ ਸਿਰਫ ਲੈਂਡ ਕਰਨਾ, ਬਿਲਕੁਲ ਠੀਕ ਹੈ। ਹੁਣ ਦੂਜੇ ਪਾਸੇ ਜੇ ਅਸੀਂ ਹੁਣ ਕਿਸੇ ਤੋਂ ਹੋਰ ਕੋਈ ਕੰਮ ਕਰਨਾ ਹੈ, ਅਸੀਂ ਸਾਨੂੰ ਹੁਣ ਇੰਸ਼ੋਰੈਂਸ ਕੰਪਨੀ ਕੋਲੇ ਜਾਣਾ ਪਊ, ਅਸੀਂ ਇੰਸ਼ੋਰੈਂਸ ਕਰਾਉਣੀ ਹੈ। ਹੁਣ ਬੈਂਕ ਇੰਸ਼ੋਰੈਂਸ ਨਹੀਂ ਕਰ ਸਕਦਾ, ਇੰਸ਼ੋਰੈਂਸ ਕੰਪਨੀ ਕੋਲੇ ਜਾਣਾ ਪੈਣਾ। ਇਸੇ ਕਰਕੇ ਵੀ ਜਿੱਥੇ ਸਾਨੂੰ ਚੀਜ਼ ਚਾਹੀਦੀ ਹੈ ਉੱਥੋਂ ਅਸੀਂ ਚੀਜ਼ ਲਿਆ ਕੇ ਮੂਹਰੇ ਰੱਖ ਦੇਣੀ, ਸਾਨੂੰ ਚੀਜ਼ ਵਧੀਆ ਉੱਥੇ ਮਿਲਦੀ ਹੈ। ਦੈਟਸ ਵਾਈ ਆਈ ਥਿੰਕ ਇੰਸ਼ੋਰੈਂਸ। ਮੇਰੇ ਵਰਗਾ ਜਵਾਨੀ ਦੀ ਉਮਰ ਦੇ ਵਿੱਚ ਸੋਚਦਾ ਹੀ ਆ ਡਿਸੇਬਿਲਟੀ ਕਰਾ ਦਾ, ਕੱਲ ਨੂੰ ਕਿਤੇ ਗੋਡਾ ਗਿੱਡਾ ਟੁੱਟ ਗਿਆ ਤੇ ਘਰੇ ਬੈਠਣ ਦਾ ਕੱਖ ਨਹੀਂ ਮਿਲਣਾ, ਉਹਦੇ ਬਾਰੇ ਵੀ ਥੋੜਾ ਜਿਹਾ ਦੱਸ ਦਿਓ। ਹਾਂਜੀ ਬਿਲਕੁਲ, ਪਹਿਲੀ ਗੱਲ ਤਾਂ ਹੁਣ ਜਿਹੜੇ ਤੁਹਾਡੇ ਵਰਗੇ ਯੰਗ ਨੇ, ਬਿਜ਼ੀ ਨੇ ਜੀ, ਪ੍ਰੋਫੈਸ਼ਨਲ ਨੇ, ਟਾਈਮ ਨਹੀਂ ਹੈਗਾ, ਆਪਦੀ ਏਜ ਪਾ ਕੇ ਉਹ ਵੀ ਦੇਖ ਸਕਦੇ ਨੇ, ਉਹਨਾਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਹੁਣ ਸਾਨੂੰ ਆਹ ਰੇਟ ਹੈ, ਫਿਰ ਉਸ ਤੋਂ ਬਾਅਦ ਆਪਦੇ ਯਾਰ ਦੋਸਤ ਨੂੰ ਕਿਹਨੂੰ ਫੋਨ ਵੀ ਕਰਨਗੇ, ਭਾਈ ਦੇਖੀ ਮੈਂ ਇੰਸ਼ੋਰੈਂਸ ਲੈਣੀ ਕਿੰਨੇ ਕੁ ਦੀ ਮਿਲੂਗੀ, ਅਗਲੇ ਨੇ ਕਹਿਣਾ 50 ਨਹੀਂ ਦੂਗਾ, ਮੈਂ ਤਾਂ 45 ਦੀ ਦੇਖੀ ਤੂੰ ਮੈਨੂੰ 50 ਦੀ ਕਹਿਣਾ। ਅੱਛਾ। ਤੇ ਹਾਂ ਬਿਲਕੁਲ ਜੀ, ਹੁਣ ਆਪਾਂ ਡਿਸੇਬਿਲਿਟੀ ਦੀ ਗੱਲ ਕਰਦੇ ਹਾਂ, ਡਿਸੇਬਿਲਿਟੀ ਹੈ ਲਾਟ ਆ ਮੂਵਿੰਗ ਪਾਰਟ, ਕਿਉਂਕਿ ਡਿਸੇਬਿਲਿਟੀ ਤੁਹਾਡੇ ਕੰਮ ਦੇ ਹਿਸਾਬ ਨਾਲ, ਤੁਹਾਡੇ ਪ੍ਰੋਫੈਸ਼ਨ ਦੇ ਹਿਸਾਬ ਨਾਲ, ਤੁਹਾਡੇ ਰਿਸਕ ਦਾ ਕਿੱਦਾਂ ਦਾ ਹੈਗਾ, ਉਸ ਤੋਂ ਬਾਅਦ ਤੁਹਾਡੀ ਇਨਕਮ ਕਿੰਨੀ ਹੈ, ਅਸੀਂ ਇਨਕਮ ਕਿੰਨੀ ਪ੍ਰੋਟੈਕਟ ਕਰਨਾ ਚਾਹੁੰਦੇ ਹਾਂ। ਫਿਰ ਸਾਰੀਆਂ ਚੀਜ਼ਾਂ ਅਸੀਂ ਜਦੋਂ ਇੱਕ ਛੱਤ ਤੇ ਲੈ ਆਏ, ਫਿਰ ਐਡਵਾਈਜ਼ਰ ਨੇ ਦੇਖਿਆ ਵੀ ਸਾਡਾ ਹੁਣ ਅਸੀਂ ਬਜਟ ਵੀ ਦੇਖਣਾ, ਇਹ ਡਿਸੇਬਿਲਿਟੀ ਸ਼ੁਰੂ ਕਦੋਂ ਹੋਵੇ। ਇੱਕ ਤਾਂ ਅਸੀਂ ਦੇਖ ਲਿਆ ਸਾਰੇ ਰਿਸਕ ਦੇਖ ਲਏ, ਫਿਰ ਉਸ ਤੋਂ ਬਾਅਦ ਆ ਵੀ ਇਕੱਲੀ ਇੰਜਰੀ ਲੈਣੀ ਅਸੀਂ ਜਾਂ ਸਿਕਨੈਸ ਵੀ ਨਾਲ ਐਡ ਕਰਨੀ। ਇੱਕ ਗੱਲ ਦੇ ਵਿੱਚ ਨਾ ਮੇਰੇ ਦਿਮਾਗ 'ਚ ਗੱਲ ਆ ਗਈ, ਹਾਂਜੀ ਲੈਟਸ ਸੇ ਕਿ ਮੈਂ ਇੱਥੇ ਕੰਮ ਕਰ ਰਿਹਾ, ਕੰਮ ਦੇ ਉੱਤੇ ਡਿੱਗ ਪਿਆ, ਮੈਂ ਤਾਂ ਵਰਕ ਸੇਫ ਕੋ ਜਾਊਂਗਾ, ਵਰਕ ਸੇਫ ਮੈਨੂੰ ਜੇ ਕਲੇਮ ਦਿੰਦੀ ਹੈ, ਡਿਸੇਬਿਲਿਟੀ ਜਿਹੜੀ ਇੰਸ਼ੋਰੈਂਸ ਕਰਾਈ ਹੈ ਉਹ ਤਾਂ ਕਹੇਗੀ ਵੀ ਤੈਨੂੰ ਤਾਂ ਕਲੇਮ ਮਿਲ ਹੀ ਜਾਂਦਾ, ਤੂੰ ਕਾਹਦੇ ਲੈਣੇ ਪੈਸੇ? ਬਹੁਤ ਵਧੀਆ ਕੁਐਸਚਨ ਹੈ ਤੁਹਾਡਾ। ਹੁਣ ਜੇ ਤੁਹਾਡੀਆਂ ਕਿਸ਼ਤਾਂ ਨੇ, ਐਗਜ਼ਾਮਪਲ ਸਾਡੀਆਂ ਲੋਨ ਦੀਆਂ ਕਿਸ਼ਤਾਂ ਪ੍ਰੋਟੈਕਟ ਕੀਤੀਆਂ ਹੋਈਆਂ ਨੇ, ਠੀਕ ਹੈ, ਤੁਸੀਂ ਵਰਕ ਸੇਫ ਤੋਂ ਵੀ ਪੈਸੇ ਲੈ ਸਕਦੇ ਹੋ। ਹੁਣ ਸਾਡੀਆਂ ਮੋਰਗੇਜ ਦੀਆਂ ਕਿਸ਼ਤਾਂ ਨੇ, ਉਹ ਵੀ ਅਸੀਂ ਪ੍ਰੋਟੈਕਟ ਕੀਤੀਆਂ, ਅਸੀਂ ਉਹਨਾਂ ਤੋਂ ਪੂਰੇ ਪੈਸੇ ਲੈ ਸਕਦੇ ਹਾਂ। ਹੁਣ ਦੋਵਾਂ ਪਾਸੋਂ ਅਸੀਂ ਪੂਰੇ ਪੈਸੇ ਲੈ ਸਕਦੇ ਹਾਂ। ਬਿਲਕੁਲ ਇੱਦਾਂ ਦੇ ਪ੍ਰੋਡਕਟ ਵੀ ਹੈਗੇ ਨੇ, ਇਹ ਨਹੀਂ ਵੀ ਹੁਣ ਵਰਕ ਸੇਫ ਹੈਗੀ ਹੈ ਤੇ ਦੂਜੇ ਪਾਸੇ ਕੁਛ ਨਹੀਂ ਹੈਗਾ। ਪਰ ਹਾਂ ਕਈ ਵਾਰੀ ਵਰਕ ਸੇਫ ਜਿਹੜਾ ਹੈਗਾ ਵੀ ਛੋਟੀ ਸੱਟਾਂ ਨੂੰ ਬਿਲਕੁਲ ਪੈਸੇ ਨਹੀਂ, ਜਿਹੜਾ ਸੌਫਟ ਟਿਸ਼ੂ ਇੰਜਰੀ ਕਹਿੰਦੇ ਨੇ ਜਿਹਨੂੰ, ਬਿਲਕੁਲ ਜੇ ਤੁਸੀਂ ਆਪਦੀ ਪਰਸਨਲ ਡਿਸੇਬਿਲਿਟੀ ਲਈ ਹੋਈ ਹੈ, ਠੀਕ ਹੈ, ਇੱਕ ਤਾਂ ਹੋਗਾ ਪੇਚੈਕ ਪ੍ਰੋਟੈਕਟ ਕਰਨਾ, ਇੱਕ ਹੋਗਾ ਸਾਡੀਆਂ ਲੋਨਸ ਲਾਇਬਿਲਿਟੀ ਪ੍ਰੋਟੈਕਟ ਕਰਨੀਆਂ। ਲੋਨਸ ਦੇ ਲਾਇਬਿਲਿਟੀ ਵਿੱਚ ਅਸੀਂ ਸਾਰਿਆਂ ਪਾਸੇ ਪੈਸੇ ਲੈ ਸਕਦੇ ਹਾਂ, ICBC ਤੋਂ ਵੀ ਹੁਣ ਤਾਂ ਉਹਨਾਂ ਨੇ ਬੰਦ ਕਰਤੇ ਦੇਣੇ, ਤੇ ਜੇ ਆਪਾਂ ਵਰਕ ਸੇਫ ਤੋਂ ਵੀ ਉੱਥੋਂ ਵੀ, ਤੇ ਆਪਦੀਆਂ ਲੋਨਸ ਦੀਆਂ ਪੇਮੈਂਟ ਕੀਤੀਆਂ, ਐਗਜ਼ਾਮਪਲ ਮੋਰਗੇਜ ਹੋ ਗਿਆ, ਟਰੱਕਿੰਗ ਦੀ ਕਿਸ਼ਤ ਹੋ ਗਈ, ਲੀਜ਼ ਦੀਆਂ ਪੇਮੈਂਟ ਹੋ ਗਈਆਂ, ਉੱਥੋਂ ਵੀ ਅਸੀਂ ਡਿਸੇਬਲ ਹੋ ਗਏ, ਅਸੀਂ ਉੱਥੋਂ ਵੀ ਪੈਸੇ ਲੈ ਸਕਦੇ ਹਾਂ। ਵਾਹ ਜੀ ਵਾਹ, ਇਹ ਬਹੁਤ ਜ਼ਰੂਰੀ ਸੀ ਸਵਾਲ ਮੇਰੇ ਮਨ ਦੇ ਵਿੱਚ ਨਾ ਚੇਂਜ ਆਇਆ ਵੀ ਕਿਤੇ ਨਾ ਹੋਵੇ ਨਹੀਂ ਜੀ ਤੁਹਾਨੂੰ ਤਾਂ ਇੱਧਰੋਂ ਮਿਲ ਜਾਂਦਾ, ਹੁਣ ਇੱਧਰ ਦੀ ਲੋੜ ਹੀ ਨਹੀਂ। ਨਾਲੇ ਜਿਹੜੀ ਵਧੀਆ ਗੱਲ ਹੈਗੀ, ਇਹ 24 ਘੰਟੇ ਕਵਰੇਜ ਹੈ। ਹੁਣ ਵਰਕ ਸੇਫ ਤਾਂ ਤੁਸੀਂ ਇੱਥੇ ਹੀ ਕਵਰ, ਇੱਥੇ ਕੁਰਸੀ ਤੇ ਬੈਠੇ ਹੋ, ਜੇ ਹੁਣ ਤੁਸੀਂ ਆਪਦੇ ਘਰੇ ਬੱਚਿਆਂ ਨਾਲ ਪੋਤਿਆਂ ਨਾਲ ਖੇਡ ਰਹੇ ਹੋ ਸੌਕਰ, ਤੇ ਹੁਣ ਉੱਥੇ ਕੋਈ ਇੰਜਰੀ ਹੋ ਗਈ, ਠੀਕ ਹੈ, ਫਿਰ ਉਹਨੂੰ ਵੀ ਕਵਰ ਕਰੋ। ਬਿਲਕੁਲ ਜੀ, ਤਾਂ ਹੀ ਡਿਸੇਬਿਲਿਟੀ ਹੈ, ਤੁਹਾਨੂੰ 24 ਘੰਟੇ ਕਵਰ ਕਰਦੀ ਹੈ, ਡਜ਼ਨਟ ਮੈਟਰ ਤੁਸੀਂ ਕਿੱਥੇ ਹੋ। ਤੇ ਇਸੇ ਕਰਕੇ ਅਸੀਂ ਆਪਦਾ ਪੇਚੈਕ ਪ੍ਰੋਟੈਕਟ ਕਰ ਰਹੇ ਹਾਂ, ਅਸੀਂ ਆਪਦੇ ਆਪ ਨੂੰ ਪ੍ਰੋਟੈਕਟ ਕਰ ਰਹੇ ਹਾਂ, ਕਿਉਂਕਿ ਇਹ ਵੀ ਹਰੇਕ ਬੰਦਾ, ਆਪਾਂ ਰੋਜ਼ ਆਪਾਂ ਸਵੇਰੇ ਨਿਕਲਦੇ ਹਾਂ ਆਪਦੇ ਪਰਿਵਾਰ ਖਾਤਰ। ਅੱਛਾ, ਹਾਂਜੀ। ਇੱਕ ਦਿਨ ਸਾਹਿਬ ਮੇਰੇ ਦਿਮਾਗ ਦੇ ਵਿੱਚ ਨਾ ਗੱਲ ਆ ਰਹੀ ਹੈ ਕਿ ਮੇਰੇ ਕੋਲ ਰਿਟੇਲ ਬਿਜ਼ਨਸ ਹੈ, 30 ਸਾਲ ਤੋਂ ਮੈਂ ਕਰ ਰਿਹਾ, ਮੈਂ ਦੇਖ ਰਿਹਾ ਚਾਕਲੇਟ ਬਾਰ ਆਮ ਜਿਹੜੀ ਰੈਗੂਲਰ ਹੈ ਤਕਰੀਬਨ ਮੋਸਟਲੀ 189 ਦੀ ਵੇਚਦੀ ਸੀ। ਕੋਵਿਡ ਵਾਲਿਆਂ ਨੇ ਪਤਾ ਨਹੀਂ ਕਿਹੜੀ ਇਨਫਲੇਸ਼ਨ ਵਧਾਤੀ, ਟੀਕਾ ਲਾਤਾ ਚਾਕਲੇਟ ਬਾਰ 'ਚ, 229 ਦੀ ਕਰਤੇ, ਯਾਨੀ ਕਿ ਇਨਫਲੇਸ਼ਨ ਕਰਕੇ ਰੇਟ ਵੱਧ ਗਿਆ। ਇੰਸ਼ੋਰੈਂਸ ਤੁਹਾਡੇ ਤੋਂ ਮੈਂ ਕਰਾਈ ਵੀ ਹੈ, ਲਾਈਫ ਇੰਸ਼ੋਰੈਂਸ, ਟਰਮ ਵਾਲੀ ਨਹੀਂ, ਉਹ ਤਾਂ ਗਲਤੀ ਕਰ ਲਈ ਮੈਂ ਪਹਿਲਾਂ ਕੇਰਾਂ, ਮੈਂ ਉਹਦੀ ਗੱਲ ਕਰ ਰਿਹਾ ਦੂਸਰੀ, ਜਿਹਦੇ ਕੱਲ੍ਹ ਨੂੰ ਰਿਟਾਇਰਮੈਂਟ ਤੋਂ ਬਾਅਦ, ਕਿਉਂਕਿ ਇਹ ਤਾਂ ਜਵਾਨੀ ਦੀ ਉਮਰ ਹੈ, ਰਿਟਾਇਰਮੈਂਟ ਦੀ ਤਾਂ ਹੈ ਨਹੀਂ, ਰਿਟਾਇਰਮੈਂਟ ਤਾਂ 75 ਤੋਂ ਬਾਅਦ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਜਿਹੜੀ ਇਨਫਲੇਸ਼ਨ ਰੇਟ ਵਧਣ ਕਰਕੇ ਇੰਸ਼ੋਰੈਂਸ ਦੇ ਰੇਟ ਵੀ ਨਾਲ, ਇੰਸ਼ੋਰੈਂਸ ਦੇ ਵਿੱਚ ਵੀ ਇਨਫਲੇਸ਼ਨ ਆਉਂਦੀ ਹੈ ਕਿ ਨਹੀਂ ਆਉਂਦੀ? ਬਿਲਕੁਲ ਜੀ, ਦੇਖੋ ਇੰਡਸਟਰੀ ਜਿਹੜਾ ਫਾਈਨੈਂਸ਼ੀਅਲ ਇੰਡਸਟਰੀ ਸਾਰੀ ਇਕੱਠੀ ਹੋਈ ਹੈ,
ਠੀਕ ਹੈ। ਇਹ ਨਹੀਂ ਵੀ ਇੰਸ਼ੋਰੈਂਸ ਇੰਡਸਟਰੀ ਇੱਕ ਸੇਫ ਆ ਬਿਲਕੁਲ, ਪਰ ਹਾਂ ਅਸੀਂ ਆਪਸ਼ਨ ਚੂਜ਼ ਕਰ ਸਕਦੇ ਹਾਂ। ਜਦੋਂ ਅਸੀਂ ਕੋਈ ਵੀ ਭਾਵੇਂ RRSP ਲੈਣੇ, TFSA ਲੈਣੇ, ਲਾਈਫ ਇੰਸ਼ੋਰੈਂਸ ਲੈਣੇ ਆ, ਸਾਡੀ ਜਿਹੜੀ ਮਨੀ ਇਨਵੈਸਟ ਹੋਈ ਹੈ ਉਹ ਕਿੱਦਾਂ ਦੇ ਰਿਸਕ ਬਿਹੇਵੀਅਰ 'ਚ ਇਨਵੈਸਟ ਹੋਈ ਹੋਈ ਹੈ, ਉਹਨੂੰ ਵੀ ਅਸੀਂ ਜੇ ਆਪਾਂ ਸੇਮ ਐਗਜ਼ਾਮਪਲ ਲੈਂਦੇ ਹਾਂ, ਜੇ ਅਸੀਂ ਹੁਣ ਇੱਕ ਬੈਂਕ ਤੋਂ RRSP ਕਰਾਈ, ਠੀਕ ਹੈ ਜੀ, ਇੱਕ ਪਾਸੇ ਅਸੀਂ ਇੰਸ਼ੋਰੈਂਸ ਕੰਪਨੀ ਤੋਂ RRSP ਕਰਾਈ, ਹੁਣ ਉਹਨੂੰ ਕਹਿੰਦੇ ਸੈਗਰੀਗੇਟਡ ਫੰਡਸ। ਉਹਦੇ 'ਚ ਸਿਰਫ ਇੱਕ ਪ੍ਰੋਟੈਕਸ਼ਨ ਉਹਨਾਂ ਨੇ ਹੋਰ ਕਰਤੀ, 100% ਡੈਥ ਬੈਨੀਫਿਟ ਜਿਹੜੀ ਗਰੰਟਿਡ ਕਰਤਾ, ਤੁਹਾਡੇ ਪ੍ਰਿੰਸੀਪਲ ਦੀ ਗਰੰਟੀ ਕਰਤੀ। ਭਾਵੇਂ ਹੁਣ ਜਿੱਦਾਂ ਤੁਸੀਂ ਕਹਿੰਦੇ ਮੈਂ ਰਿਟਾਇਰ ਹੋਣਾ, ਹੁਣ ਕੰਮ ਕਰਦੇ ਰਹੇ 75 ਤੱਕ 65 ਤੱਕ, ਹੁਣ ਤੁਸੀਂ ਕਹੋ ਮੈਨੂੰ ਪੈਸੇ ਚਾਹੀਦੇ ਨੇ, ਉਦੋਂ ਮਾਰਕੀਟ ਕ੍ਰੈਸ਼ ਹੋ ਜਾਵੇ, ਉਦੋਂ ਜਿਹੜਾ ਤੁਹਾਡਾ ਪੈਸੇ ਵੀ ਡਿੱਗ ਪੈਣ। ਪਰ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਜੇ ਇੰਸ਼ੋਰੈਂਸ ਕੰਪਨੀ ਉਹਨਾਂ ਨੇ ਤੁਹਾਡਾ ਇੱਕ ਤਾਂ ਪ੍ਰਿੰਸੀਪਲ ਗਰੰਟਿਡ ਕੀਤਾ ਹੋਇਆ, ਇੱਕ ਜੇ ਉਸ ਤੋਂ ਬਾਅਦ ਜਿਹੜਾ ਡੈਥ ਬੈਨੀਫਿਟ ਉਹ ਵੀ ਗਰੰਟਿਡ ਹੈਗਾ। ਹਾਂ, ਇਨਫਲੇਸ਼ਨ ਨਾਲ ਕਿਸ਼ਤਾਂ ਨਹੀਂ ਵੱਧ ਰਹੀਆਂ ਹਾਲੇ, ਜੇ ਆਪਾਂ ਐਗਜ਼ਾਮਪਲ ਜੇ ਗੱਲ ਕਰਦੇ ਹਾਂ ਪ੍ਰੀਮੀਅਮ ਦੀ ਗੱਲ ਕਰਦੇ ਹਾਂ, ਬਿਲਕੁਲ ਲਾਈਫ ਇੰਸ਼ੋਰੈਂਸ ਇੰਡਸਟਰੀ 'ਚ ਹਾਲੇ ਇਸ ਕਰਕੇ ਨਹੀਂ ਹੋਇਆ, ਪਰ ਹਾਂ ਉਦੋਂ ਪ੍ਰੀਮੀਅਮ ਵੱਧਦਾ ਜਦੋਂ ਰਿਸਕ, ਕਿਉਂਕਿ ਜੇ ਮੌਤਾਂ ਜ਼ਿਆਦੀਆਂ ਹੋ ਜਾਣ, ਜਦੋਂ ਕੋਵਿਡ ਦੀ ਆਪਾਂ ਪਿੱਛੇ ਜੇ ਗੱਲ ਕਰਦੇ ਹਾਂ ਕਿ ਮੌਤਾਂ ਬਹੁਤ ਵੱਧ ਗਈਆਂ, ਉਦੋਂ ਕਈ ਕੰਪਨੀਆਂ ਨੇ ਰੇਟਸ ਆਪਦੇ ਵਧਾਏ ਸੀ, ਕਿਉਂਕਿ ਰਿਸਕ ਜਦੋਂ ਉਹਨਾਂ ਵਾਸਤੇ ਉਹ ਰਿਸਕ ਹੈਗਾ। ਇਨਵੈਸਟਮੈਂਟ ਜਿਹੜਾ ਸੈਕਟਰ ਹੈਗਾ, ਇਨਵੈਸਟਮੈਂਟ ਚੂਜ਼ ਕਰ ਸਕਦੇ ਹਾਂ ਸਾਡਾ ਕਿਸ ਰਿਸਕੀ ਬਿਹੇਵੀਅਰ 'ਚ ਹੋਵੇ। ਹਾਂ, ਕਈ ਕੰਪਨੀ ਡਿਵੀਡੈਂਡ ਦਿੰਦੀਆਂ ਨੇ, ਕਈ ਕੰਪਨੀ 'ਚ ਹੁਣ ਇੰਟਰਸਟ ਦੇਖਦੇ ਹਾਂ ਮਾਰਕੀਟ ਦੇ ਹਿਸਾਬ ਨਾਲ ਹੈ, ਜਾਂ ਆਪਾਂ ਯੂਨੀਵਰਸਲ ਪੋਲਿਸੀ ਦੇਖਦੇ ਹਾਂ, ਉਹ ਨਹੀਂ ਉੱਪਰ ਜਾ ਰਹੀਆਂ, ਪਰਫਾਰਮ ਨਹੀਂ ਕਰ ਰਹੀਆਂ ਇੰਡਸਟਰੀ ਦੇ ਨਾਲ ਨੇ ਜੀ। ਹੁਣ ਮੇਰੇ ਮਨ 'ਚ ਆਉਂਦਾ ਯਾਰ, ਆ ਤੁਸੀਂ RSSP, TFSA ਕਈ ਚੀਜ਼ਾਂ ਗਣਾ ਗਏ, ਹੁਣ ਇਹ ਕੰਮ ਤਾਂ ਤੁਸੀਂ ਇੰਸ਼ੋਰੈਂਸ ਦਾ ਕਰਦੇ ਹੋ, ਇਹਦੇ ਨਾਲ ਇਹ ਸਾਰਾ ਆ ਵੀ ਨਾਲ ਹੀ ਕਵਰ ਕਰ ਲੈਂਦੇ ਹੋ? ਹਾਂਜੀ ਬਿਲਕੁਲ ਜੀ। ਜਿਹੜਾ ਜੇ ਫਾਈਨੈਂਸ਼ੀਅਲ TFSA ਕਰਾਉਣਾ ਹੈ ਫਿਰ ਪਰਮਿੰਦਰ ਸਿੰਘ ਥਿੰਦ ਕੋਲ ਕੋ ਜਾਉਂ, ਮੈਂ ਸਾਹਮਣੇ ਬੈਂਕ ਖੜਾ। ਬਿਲਕੁਲ ਜੀ, ਨਾਲੇ ਕਿ ਵੀ ਗੱਲ ਹੈ, ਫੋਨ ਕਰੋ, ਘਰੇ ਬੈਠੇ TFSA ਅਕਾਊਂਟ ਆਪਾਂ ਖੋਲ ਸਕਦੇ ਹਾਂ। ਘਰੇ ਬੈਠੇ ਆ ਜੀ, ਘਰੇ ਬੈਠੇ ਆ, ਤੁਹਾਨੂੰ ਕਿਤੇ ਲਾਈਨ 'ਚ ਲੱਗਣ ਦੀ ਲੋੜ ਨਹੀਂ, ਕਿਤੇ ਅਪਾਇੰਟਮੈਂਟਾਂ ਬਣਾਉਣ ਦੀ ਲੋੜ ਨਹੀਂ, ਸਿਰਫ ਤੁਸੀਂ ਥਿੰਕ ਇੰਸ਼ੋਰੈਂਸ ਫੋਨ ਕਰਨਾ, ਸਿੱਧਾ ਸਿੰਪਲ, ਮੈਂ ਹੀ ਫੋਨ ਚੱਕਣਾ ਜੀ, ਮੈਂ ਹੀ ਫੋਨ ਚੱਕ ਕਰਕੇ ਆਪਾਂ ਅਪਾਇੰਟਮੈਂਟ ਸੈਟਅਪ ਕਰ ਲੈਣੀ ਹੈ। ਜੇ ਤੁਸੀਂ ਕਹੋ ਸਿੰਘ ਸਾਹਿਬ ਆ ਸਕਦੇ ਹੋ, ਮੈਂ ਕਹਿੰਦਾ, ਤੁਸੀਂ ਕਹਿੰਦਾ ਨਹੀਂ ਜੀ ਮੈਂ ਤਾਂ ਬਿਜ਼ੀ ਬਹੁਤ ਹਾਂ ਸ਼ੋਅ 'ਚ, ਮੈਂ ਕਹਿੰਦਾ ਕੋਈ ਗੱਲ ਨਹੀਂ, ਮੈਨੂੰ ਆਹ ਚੀਜ਼ਾਂ ਚਾਹੀਦੀਆਂ, ਤੁਹਾਨੂੰ ਮੈਂ ਈਮੇਲ ਭੇਜਦਾ, ਈਮੇਲ 'ਤੇ ਤੁਹਾਡੇ ਸਾਈਨ ਹੋ ਕੇ ਤੁਹਾਡਾ ਅਕਾਊਂਟ ਖੁੱਲ੍ਹ ਜੂਗਾ। RRSP ਟ੍ਰਾਂਸਫਰ ਵੀ ਕਰਨੀ ਕਿਤੇ ਹੋਰ ਬੈਂਕ 'ਚ ਪਈ ਹੈ, ਤੁਹਾਨੂੰ ਪਤਾ ਬੰਦਾ ਹੀ ਨਹੀਂ ਮਿਲਦਾ, ਕਿਉਂਕਿ ਮੋਸਟਲੀ ਸਾਨੂੰ ਕੁਐਸਚਨ ਇਹੀ ਆਉਂਦੇ ਵੀ ਇੱਕ ਐਡਵਾਈਜ਼ਰ ਨਾਲ ਡੀਲ ਕਰਦੇ ਸੀਗੇ ਲੈਂਡਰ ਕੋਲ ਕੇ ਬੈਂਕ, ਹੁਣ ਉਹ ਚੇਂਜ ਹੋ ਗਿਆ। ਹੁਣ ਜਾ ਕੇ ਤੁਸੀਂ ਆਪਦੀ ਸਟੋਰੀ ਫਿਰ ਦੁਬਾਰਾ ਦੱਸੋਗੇ ਉਹਨੂੰ ਵੀ ਭਾਈ ਮੇਰਾ ਤਾਂ ਆਹ ਰਿਸਕ ਹੈ, ਮੇਰਾ ਆਹ ਚੀਜ਼ਾਂ, ਮੇਰਾ ਹੁਣ ਤੁਹਾਨੂੰ ਇਹ ਪਤਾ ਵਾਰੀ ਸਟੋਰੀਆਂ ਸੁਣਾਉਣ ਦੀ ਲੋੜ ਨਹੀਂ, ਥਿੰਕ ਇੰਸ਼ੋਰੈਂਸ ਫੋਨ ਕਰੋ, ਆਪਾਂ ਜਦੇ ਘਰੇ ਬੈਠੇ ਹੀ RRSP ਦਾ ਮੁਆਇਨਾ ਕਰਕੇ ਦੱਸਦੇ ਹਾਂ ਕਿੱਦਾਂ। ਯਾਨੀ ਕਿ ਹਰ ਫਾਈਨੈਂਸ਼ੀਅਲ ਪ੍ਰੋਬਲਮ ਦਾ ਜਾਂ ਕੋਈ ਸੁਜੈਸ਼ਨ ਹੈ ਉਹਦੇ ਵਾਸਤੇ ਪਰਮਿੰਦਰ ਸਿੰਘ ਥਿੰਦੁਣੀ ਬੈਠੇ ਨੇ। ਤੁਸੀਂ ਜ਼ਿਕਰ ਕੀਤਾ ਹੈ ਕਿ ਕਿਸੇ ਹੋਰ ਨੇ ਫੋਨ ਨਹੀਂ ਚੁੱਕਣਾ, ਕਾਰਨ ਕਿ ਇੰਨੇ ਰੁਝੇਵੇਂ ਹੋਣ ਦੇ ਬਾਵਜੂਦ ਕੈਲਗਰੀ ਦੇ ਵਿੱਚ ਤੁਹਾਡੀ ਬ੍ਰਾਂਚ, ਮੈਂ ਉੱਥੇ ਤੁਹਾਨੂੰ ਜ਼ਿਕਰ ਕੀਤਾ ਸੀ ਲਾਸਟ ਟਾਈਮ ਵੀ, ਜਦੋਂ ਗਦਰੀ ਬਾਬਿਆਂ ਦਾ ਮੇਲਾ ਸੀ, ਤੇ ਉੱਥੇ ਮੁੰਡਾ ਕਹਿੰਦਾ ਮੈਂ ਥਿੰਕ ਇੰਸ਼ੋਰੈਂਸ, ਮੈਂ ਕਿਹਾ ਥਿੰਕ ਇੰਸ਼ੋਰੈਂਸ ਦਾ ਕਿਹੜਾ ਹੋ ਗਿਆ, ਜਾਣਦਾ ਪਰਮਿੰਦਰ ਸਿੰਘ ਨੂੰ? ਕਹਿੰਦਾ ਜੀ ਬ੍ਰਾਂਚ ਹੈ ਉਹਨਾਂ ਦੀ ਇੱਥੇ। ਮੈਂ ਕਿਹਾ ਵਾਹ ਕਾਕਾ, ਮੈਂ ਘੁੱਟ ਕੇ ਜੱਫੀ ਪਾਈ, ਮੈਂ ਕਿਹਾ ਵੀ ਚੰਗੀ ਟ੍ਰੇਨਿੰਗ ਲਈ ਲੱਗਦੀ ਹੈ। ਹੁਣ ਜਾਂਦੇ ਜਾਂਦੇ ਥੋੜ੍ਹਾ ਜਿਹਾ ਦੱਸੋ ਬਈ ਇੰਸ਼ੋਰੈਂਸ ਦੀਆਂ ਤਾਂ ਥਾਂ ਥਾਂ ਪੰਜਾਬੀ 'ਚ ਹੱਟੀਆਂ ਖੁੱਲ੍ਹੀਆਂ ਨੇ, ਪਰਮਿੰਦਰ ਸਿੰਘ ਥਿੰਦ ਦੀ ਹੱਟੀ 'ਤੇ ਕਿਉਂ ਆਵੇ ਬੰਦਾ? ਦੇਖੋ ਜੀ, ਪਰਿਵਾਰ ਹੈ ਸਾਡਾ ਨਾ, ਪਰਿਵਾਰ ਅੱਗੇ ਤੋਂ ਅੱਗੇ ਪਰਿਵਾਰ ਜੁੜਦੇ ਨੇ। ਮੇਨ ਪਹਿਲਾ ਇੰਸ਼ੋਰੈਂਸ ਦਾ ਮੇਰਾ ਆਉਣ ਦਾ ਮਕਸਦ ਇਹੀ ਸੀਗਾ ਵੀ ਉਹਲਾ ਕਿੱਦਾਂ ਚੱਕਿਆ ਜਾਵੇ ਇੰਸ਼ੋਰੈਂਸ। ਨਾ ਹੀ ਅਸੀਂ ਡਰਾਮਾ 'ਚ ਨਾ ਪਾਉਂਦੇ ਹਾਂ ਜਿਹੜਾ ਕੰਮ ਤੋਂ ਲੋਕੀ ਭੱਜਦੇ ਇੰਸ਼ੋਰੈਂਸ, ਨਾ ਹੀ ਕਦੀ ਪ੍ਰੈਸ਼ਰ ਸੇਲ ਕੀਤੀ ਹੈ। ਜਿੱਦਾਂ ਵੀ ਐਗਜ਼ਾਮਪਲ ਮੈਂ ਕਿਹਾ ਸਿੰਘ ਸਾਹਿਬ ਅੱਜ ਕੀ ਛੁੱਟੀ ਤੁਹਾਨੂੰ ਮਿਲਣ ਆਉਣਾ, ਮੈਂ ਤੁਹਾਨੂੰ ਮਿਲਣ ਆਇਆ, ਨਾਲ 3 ਬੰਦੇ ਹੋਰ ਲਾਇਆ, ਆ ਕੇ ਬਸਤਾ ਖੋਲ੍ਹਿਆ ਜੇ ਇੰਸ਼ੋਰੈਂਸ ਕਰਨੀ ਹੈ, ਨਾ ਤੁਹਾਨੂੰ ਪਤਾ, ਉਹ ਕੰਮ ਨਹੀਂ ਅਸੀਂ ਕਰਦੇ। ਬਿਲਕੁਲ ਜਿਹੜੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਚੀਜ਼ ਹੋਵੇ ਉਹੀ ਚੀਜ਼ ਹੈ। ਉਸ ਤੋਂ ਬਾਅਦ ਨਾ ਹੀ ਕੋਈ ਲਾਰੇ ਨੇ, ਨਾ ਹੀ ਕੋਈ ਚੀਜ਼ ਇੱਦਾਂ ਕੰਮ ਆ ਜੇ ਹੈਗੀ ਕੰਮ ਉੱਦਾਂ ਹੀ ਕਰੂਗੀ। ਇਸ ਕਰਕੇ ਔਨਲਾਈਨ ਪਲੇਟਫਾਰਮ ਜਿਹੜਾ ਆਪਾਂ ਸ਼ੁਰੂ ਕੀਤਾ ਇਸੇ ਕਰਕੇ ਕੀਤਾ ਜੀ। ਨੰਬਰ ਤਾਂ ਦੇ ਦਿਓ ਥੋੜ੍ਹਾ ਜਿਹਾ ਵੀ, ਘੱਟੋ ਘੱਟ ਮੇਰੇ ਕੋਲ ਤਾਂ ਨੰਬਰ ਹੈਗਾ, ਸਾਡੇ ਦਰਸ਼ਕਾਂ ਨੂੰ ਪਤਾ ਲੱਗ ਜਾਵੇ ਪਰਮਿੰਦਰ ਸਿੰਘ ਥਿੰਦ ਨੂੰ ਜੇ ਸਿੱਧੀ ਕਾਲ ਕਰਨੀ ਹੈ ਕਿਹੜੇ ਨੰਬਰ ਤੇ ਕਾਲ ਕਰੋਗੇ ਤੇ ਆਪਣੇ ਆਪ ਚੁੱਕੋਗੇ? ਹਾਂਜੀ ਬਿਲਕੁਲ ਜੀ, ਨੰਬਰ ਹੈਗਾ ਸਾਡਾ ਏਰੀਆ ਕੋਡ 604, 8 ਤੋਂ 8 ਸਾਡਾ ਕੰਮ ਹੈ ਜੀ, 8 to 8 7 ਦਿਨ, BC 2 ਲੋਕੇਸ਼ਨਾਂ ਜੀ, ਇੱਕ ਸਰੀ ਤੇ ਕੈਬਰਸੋਲ, ਬਾਕੀ ਪਿੱਛੇ ਬਾਬੇ ਦਾ 13 ਹੈਗਾ ਹੀ ਹੈਗਾ। 604 828 7213। ਜੇ ਸਾਡਾ ਨੰਬਰ ਨਹੀਂ ਨੋਟ ਹੋਇਆ, ਸਿਰਫ ਗੂਗਲ 'ਚ ਤੁਸੀਂ ਪਾਉਣਾ ਥਿੰਕ ਇੰਸ਼ੋਰੈਂਸ ਜਾਂ ਪਰਮਿੰਦਰ ਸਿੰਘ ਥਿੰਦ, ਸਾਡੀ ਸਾਰੀ ਜਾਣਕਾਰੀ ਮਿਲ ਜੂਗੀ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਉਮੀਦ ਹੈ ਕਿ ਸਾਰੇ ਦਰਸ਼ਕਾਂ ਨੂੰ ਅੱਜ ਦੀ ਜਿਹੜੀ ਹੋਈ ਵਿਸ਼ੇਸ਼ ਖਾਸ ਮੁਲਾਕਾਤ ਹੈ, ਖਾਸ ਗੱਲਾਂ ਦਾ ਪਤਾ ਲੱਗਾ ਤਾਂ ਜ਼ਰੂਰ ਲਾਹਾ ਲਾਓਗੇ। ਆਉਣ ਵਾਲੇ ਸਮੇਂ 'ਚ ਫਿਰ ਗੱਲਬਾਤ ਕਰਾਂਗੇ। ਤਦ ਤੱਕ ਲਈ ਰੱਬ ਰਾਖਾ ਜੀ।